ਜਦੋਂ ਮੈਨੂੰ ਵਿਆਹਣ ਗਏ ਆਕਾਂक्षा ਜੀ ਤਾਂ ਆਫ ਕੋਰਸ ਜਦੋਂ ਮਿਲਣੀਆਂ ਮੁਲਣੀਆਂ ਜਾਣਦੇ ਸੀਗੇ ਤੇ ਉਹ ਫਿਰ ਜਦੋਂ ਮਿਲਣੀਆਂ ਭੱਲਾ ਜੀ ਮੋਰੇ ਹੋ ਕਹਿੰਦੇ ਵੀ ਹੁਣ ਮੁੰਡੇ ਦਾ ਦੋਸਤ ਆਇਆ ਕੁੜੀ ਸਹੇਲੀ ਲੈ ਕੇ ਆਓ ਸਹੇਲੀ ਹਾਈਪਰ ਮੀਡੀਆ ਸੀਗਾ ਉਹਨਾਂ ਨੇ ਜੀ ਉਹ ਉਹਨਾਂ ਦੇ ਬੈੱਡ ਤੇ ਪਈ ਨਾ ਫੋਟੋ ਲਾ ਕੇ ਫੇਸ ਤੋਂ ਬਗੈਰ ਸ਼ੀਟ ਪਈ ਤੇ ਉਹਦੇ 'ਚ ਇਹ ਖਬਰ ਇਹ ਛਾਪਤੀ ਕਿ ਪ੍ਰਸਿੱਧ ਹਸਤੀ ਬਾਲਮੁਕੁੰਦ ਸ਼ਰਮਾ ਦੇਹਾਂਤ। ਸਾਡੇ ਇੱਕ ਦੋਸਤ ਨੇ ਇੰਗਲੈਂਡ ਉਹਨੇ ਨਾ ਮੈਨੂੰ ਤਾਂ ਫੋਨ ਨਹੀਂ ਕੀਤਾ ਭੱਲਾ ਜੀ ਨੂੰ ਫੋਨ ਕੀਤਾ ਭੱਲਾ ਜੀ ਡਰਦੇ ਜੇ ਬੰਦਾ ਡਰਦਾ ਨਹੀਂ ਉਹ ਖਬਰ ਸਹੀ ਆ ਉਹ ਭਾਜੀ ਮੈਂ ਕਨਫਰਮ ਕਰਨਾ ਸੀਗਾ ਬਾਲਮੁਕੁੰਦ ਪੂਰਾ ਹੋ ਗਿਆ ਕਹਿੰਦੇ ਉਹ ਤਾਂ ਅੱਧਾ ਵੀ ਨਹੀਂ ਹੋਇਆ ਜੇ ਮਤਲਬ ਮੈਨੂੰ ਲੱਗਾ ਕਿ ਹੁਣ ਮੇਰੀ ਹਾਈਟ ਤੇ ਵਿਅੰਗ ਕਹਿ ਲਓ ਮੇਰੀ ਇਹ ਕਹਿ ਲਓ ਵੀ ਮੈਂ ਹਜੇ ਰਿਟਾਇਰ ਹੋਇਆ ਵਾਂ ਮੈਂ ਅੱਧੀ ਲਾਈਫ ਹਜੇ ਹੋਰ ਜੀਣੀ ਆ ਫਿਰ ਰਾਤ ਨੂੰ ਭਾਵੇਂ 2 ਵਜਣ 3 ਵਜਣ 4 ਵਜਣ ਭਾਵੇਂ ਸਟਰੀਟ ਲਾਈਟ ਜਾ ਕੇ ਪੜ੍ਹੇ ਆ ਪੇਪਰ ਵਿੱਚ ਨੰਬਰ ਮੇਰੇ ਟੌਪ ਹੋਣੇ ਚਾਹੀਦੇ ਆ ਐਂਡ ਪਰਮਾਤਮਾ ਦੀ ਕਿਰਪਾ ਨਾਲ ਮੈਂ ਗੋਲਡ ਮੈਡਲਿਸਟ ਹੋਇਆ। ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਉਦੋਂ ਐਸਾ ਦੌਰ ਸੀ ਜਾਂ ਐਸਾ ਜ਼ਮਾਨਾ ਸੀ ਜਦੋਂ ਇਸ ਚੀਜ਼ ਲਈ ਭੰਡ ਮਰਾਸੀ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਸੀ ਜੋ ਇੱਕ ਕੌੜਾ ਸੱਚ ਹੈ। ਫਿਰ ਤੁਸੀਂ ਆਪਣੇ ਘਰਦਿਆਂ ਨੂੰ ਕਿੱਦਾਂ ਕਨਵਿੰਸ ਕੀਤਾ? ਭੱਲਾ ਜੀ ਤੇ ਮੈਂ ਕਾਮੇਡੀ ਦੇ ਫੀਲਡ ਵਿੱਚ ਪਹਿਲੀ ਵਾਰੀ ਭੰਡਾਂ ਦੇ ਨਕਲਾਂ ਰਾਹੀਂ ਹੀ ਆਏ ਸੀ। ਖੁਰਦੇ ਸੱਭਿਆਚਾਰ ਦੇ ਰਾਖੇ ਭੱਲਾ ਤੇ ਬਾਲਮੁਕੁੰਦ ਭੰਡ ਅਸੀਂ ਲੋਕਾਂ ਨੇ ਕਹਿਣਾ ਇਹ ਕੀ ਤੁਸੀਂ ਬਣੇ ਹੋਏ ਆ ਪਰ ਅਸੀਂ ਪ੍ਰਾਊਡ ਫੀਲ ਕੀਤਾ ਵੀ ਇੱਕ ਕਲਾ ਵਾ। ਨੈਸ਼ਨਲ ਟੀਵੀ ਤੋਂ ਕੋਈ ਵਿਸਾਖੀ ਦਾ ਸ਼ੋਅ ਸੀ ਸਾਨੂੰ ਉਹਨਾਂ ਨੇ ਦਿੱਲੀ ਬੁਲਾਇਆ ਗੱਲ ਪੁਰਾਣੀ ਹੈ ਇਹ ਸਾਨੂੰ ਉਹਨਾਂ ਨੇ ਕਿਹਾ ਵੀ ਭੰਡਾਂ ਦੇ ਨਕਲਾਂ ਕਰੋ ਤੁਹਾਡੇ ਬਹੁਤ ਲਾਈਕ ਕਰਦੇ ਲੋਕੀ ਮੈਂ ਤੇ ਭਲਾਈ ਨੇ ਪਰਫਾਰਮ ਕੀਤਾ। ਉਹ ਬੱਚੀ ਕਹਿੰਦੀ ਵੀ ਜਦੋਂ ਮੈਂ ਵਿਸਾਖੀ ਤੇ ਘਰ ਗਈ ਸੀ ਮੈਂ ਟੀਵੀ ਲਾਇਆ ਤੇ ਉਹ ਸਰ ਤੁਹਾਡਾ ਪ੍ਰੋਗਰਾਮ ਮੈਂ ਭੱਜ ਕੇ ਫਾਦਰ ਬੁਲਾ ਕੇ ਲਈ ਕਿ ਡੈਡੀ ਮੇਰੇ ਪ੍ਰੋਫੈਸਰ ਡਾਕਟਰ ਭੱਲਾ ਟੀਵੀ ਤੇ ਆ ਰਹੇ ਤੇ ਭੱਲਾ ਸਾਹਿਬ ਕਹਿੰਦੇ ਫਿਰ ਡੈਡੀ ਨੇ ਕਿਹਾ ਕਿ ਡੈਡੀ ਕਹਿੰਦੇ ਬੇਟੇ ਜਿਹੋ ਜਿਹੇ ਪ੍ਰੋਫੈਸਰ ਆ ਤੂੰ ਪੜ੍ਹਨੋਂ ਰਹਿਣ ਦੇ ਘਰ ਆ ਜਾ। ਮੈਂ ਤੁਹਾਨੂੰ ਇੱਕ ਮੂਲ ਮੰਤਰ ਦੇਣਾ ਐਜੂਕੇਸ਼ਨ ਉਹਨਾਂ ਨੇ ਬੋਰਡ ਚੱਕ ਲਿਆ ਬੋਰਡ ਤੇ ਲਿਖਿਆ 1 ਇੱਕ ਆ ਜੇ ਤੁਸੀਂ ਐਜੂਕੇਸ਼ਨ ਪ੍ਰਾਪਤ ਕਰ ਰਹੇ ਆ ਉਹਦੇ ਨਾਲ ਤੁਸੀਂ ਅੱਛੇ ਆਰਟਿਸਟ ਹੈਗੇ ਆ ਐਡ 1 0 ਔਨ ਰਾਈਟ ਸਾਈਡ 10 ਜੇ ਅੱਛੇ ਸਪੋਰਟਸਮੈਨ ਵੀ ਹੈਗੇ ਆ ਐਡ ਅਨਦਰ 0 100 ਜੇ ਤੁਸੀਂ ਬਹੁਤ ਅੱਛੇ ਰਾਈਟਰ ਲੇਖਕ ਵੀ ਹੈਗੇ ਆ ਇੱਕ ਹੋਰ 0 ਐਡ ਸੋ ਔਨ 1000 10000 ਲੱਖ ਕਰੋੜ ਵੀ ਜਾ ਸਕਦੇ ਕਹਿੰਦੇ ਇਮੇਜਿਨ ਇੱਕ ਮਿਟਾ ਦਿਓ ਵੇਅਰ ਯੂ ਸਟੈਂਡ। परिंदों को मिलेगी मंजिल एक दिन ये फैले हुए उनके पर बोलते हैं वही लोग रहते हैं खामोश अक्सर ज़माने में जिनके हुनर बोलते हैं। सत श्री अकाल जी तुसीं देख रहे हो रोज़ाना स्पोक्समैन टीवी सिने पंजाबी मैं आकांक्षा सोडी ते अज जिन्हां दे रूबरू मैं होण जा रही हाँ निक्के हुंदे तो उन्हां नूं देखीदा हुंदा सी जदों असीं छोटे छोटे हुंदे सी मम्मी पापा ने सामने VCR लगा के स्क्रीन ते लगा के उन्हां दी वीडियोज़ दिखाणियां सानूं ते ना असीं उन्हां नूं जाणदे सी ते ना ही सानूं पता ਹੁੰਦਾ ਸੀ ਕਿ ਸਾਹਮਣੇ ਹੋ ਕੀ ਰਿਹਾ ਬਸ ਸੁਣਦੇ ਸੀ ਇੱਕ ਨਾਮ ਚਾਚਾ ਚਤਰਾ ਤੇ ਭਤੀਜ ਤੇ ਚਾਚਾ ਚਤਰਾ ਇਹਨਾਂ ਦੀ ਜੋੜੀ ਪੰਜਾਬੀ ਕਾਮੇਡੀ ਇੰਡਸਟਰੀ ਦੇ ਵਿੱਚ ਇੰਨੀ ਜ਼ਿਆਦਾ ਪਪੂਲਰ ਹੋਈ ਔਰ ਚਾਚਾ ਚਤਰਾ ਦਾ ਜਦੋਂ ਨਾਮ ਆਉਂਦਾ ਤਾਂ ਪੰਜਾਬੀ ਕਾਮੇਡੀ ਜਗਤ ਦੇ ਵਿੱਚ ਆਪੇ ਹੀ ਚਿਹਰਿਆਂ ਤੇ ਜਿਹੜੀ ਹੈ ਮੁਸਕਾਨ ਆ ਜਾਂਦੀ ਹੈ। ਪੰਜਾਬੀ ਇੰਡਸਟਰੀ ਦੀ ਕਾਮੇਡੀ ਨੂੰ ਪੰਜਾਬੀ ਇੰਡਸਟਰੀ ਨੂੰ ਇੱਕ ਨਵਾਂ ਇੱਕ ਕਨਸੈਪਟ ਦੇਣ ਵਾਲੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਹੀ ਚਾਚਾ ਚਤਰਾ ਤੇ ਭਤੀਜ ਦੀ ਜੋੜੀ ਦੇ ਵਿੱਚੋਂ ਭਤੀਜ ਦੇ ਯਾਨੀ ਕਿ ਬਾਲਮੁਕੁੰਦ ਸ਼ਰਮਾ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਆਕਾਂक्षा ਜੀ ਥੈਂਕ ਯੂ ਸਪੋਕਸਮੈਨ ਦਾ ਤੁਹਾਡਾ ਕਿ ਤੁਸੀਂ ਮੈਨੂੰ ਇਹ ਕਾਬਿਲ ਸਮਝਿਆ ਕਿ ਮੈਂ ਤੁਹਾਡੇ ਜ਼ਰੀਏ ਦਰਸ਼ਕਾਂ ਦੇ ਰੂਬਰੂ ਹੋ ਸਕਾਂ। ਸਰ ਕਾਬਿਲ ਤਾਂ ਸਾਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਕਿ ਅਸੀਂ ਤੁਹਾਡੇ ਰੂਬਰੂ ਹੋ ਪਾ ਰਹੇ ਕਿਉਂਕਿ ਤੁਸੀਂ ਜਿੰਨਾ ਪੰਜਾਬੀ ਇੰਡਸਟਰੀ ਔਰ ਪੰਜਾਬੀ ਸਿਨੇਮਾ ਔਰ ਫਿਰ ਅਗਰ ਗੱਲ ਕਰੀਏ ਕਾਮੇਡੀ ਨੂੰ ਤੁਸੀਂ ਕਿਸ ਲੈਵਲ ਤੱਕ ਲੈ ਕੇ ਗਏ ਇੰਨੀ ਮਤਲਬ ਅਗਰ ਆਪਾਂ ਛਣਕਾਟਿਆਂ ਦੀ ਗੱਲ ਕਰੀਏ ਛਣਕਾਟਾ 88 ਤੋਂ ਸ਼ੁਰੂਆਤ ਹੋਈ ਸੀ ਸਿਰਫ ਇੱਕ ਆਡੀਓ ਕੈਸਟ ਤੋਂ ਉਸ ਤੋਂ ਬਾਅਦ 2K9 2K10 ਮਤਲਬ ਕਿੰਨੇ ਇਹ ਅੱਗੇ ਆਉਂਦੇ ਰਹੇ ਸੀਰੀਜ਼ ਆਉਂਦੀਆਂ ਰਹੀਆਂ ਔਰ ਜਦ ਨੂੰ ਅਸੀਂ ਥੋੜ੍ਹੇ ਵੱਡੇ ਹੋਏ ਜਾਂ ਸਮਝ ਆਉਣ ਲੱਗੀ ਕਿ ਅੱਛਾ ਇਹ ਟੀਵੀ ਦੇ ਵਿੱਚ ਕੁਝ ਹੁੰਦਾ ਤਦ ਨੂੰ ਤਾਂ 2K ਸੀਰੀਜ਼ ਸ਼ੁਰੂ ਹੋ ਚੁੱਕੀ ਸੀ। ਮੈਨੂੰ ਨਹੀਂ ਲੱਗਦਾ ਕਿ ਮੈਂ 1990 ਵਾਲੀ ਕੋਈ ਸੀਰੀਜ਼ ਦੇਖੀ ਹੋਗੀ ਬਟ ਹਾਂ ਮੈਂ 2K ਵਾਲੀਆਂ ਸਾਰੀਆਂ ਦੇਖੀਆਂ ਸੀ ਔਰ ਕਾਮੇਡੀ ਇੰਨੀ ਪਿਓਰ ਕਿ ਅਸੀਂ ਫੈਮਿਲੀ ਦੇ ਵਿੱਚ ਬੈਠ ਕੇ ਸਾਰੇ ਆਰਾਮ ਨਾਲ ਹੱਸ ਸਕਦੇ ਹਾਂ ਦੇਖ ਸਕਦੇ ਹਾਂ। ਸੋ ਸਰ ਅਸੀਂ ਆਪਣੇ ਆਪ ਨੂੰ ਕਾਬਿਲ ਸਮਝਾਂਗੇ ਕਿ ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਅੱਜ। ਥੈਂਕ ਯੂ ਸੋ ਮਚ ਆਕਾਂक्षा ਜੀ ਥੈਂਕ ਯੂ ਸੋ ਮਚ। ਸਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਬਿਹਾਈਂਡ ਦਾ ਕੈਮਰਾ ਵੀ ਕਿ ਅਗਰ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਜਾਂ ਫਿਰ ਇਸ ਆਰਟਿਸਟਿਕ ਫੀਲਡ ਦੀ ਜਿਹਦੇ ਵਿੱਚ ਅਸੀਂ ਹੈਗੇ ਹਾਂ ਇੱਕ
ਜਿਵੇਂ ਤੁਸੀਂ ਕਹਿ ਰਹੇ ਸੀ ਕਲੀਸ਼ੇ ਬਣ ਚੁੱਕਾ ਹੈ ਕਿ ਇੰਜੀਨੀਅਰ ਦਾ ਬੱਚਾ ਇੰਜੀਨੀਅਰ ਬਣੇਗਾ ਜਾਂ ਡਾਕਟਰ ਦਾ ਬੱਚਾ ਡਾਕਟਰ ਜਾਂ ਪੜ੍ਹ ਲਿਖ ਕੇ ਇੰਜੀਨੀਅਰਸ ਮਤਲਬ ਉਹ ਇੱਕ ਆਰਟਿਸਟਿਕ ਫੀਲਡ ਦੀ ਜਦੋਂ ਗੱਲ ਆਉਂਦੀ ਹੈ ਤਾਂ ਬਹੁਤ ਲੋਕਾਂ ਦੇ ਦਿਲ 'ਚ ਇੱਕ ਵਹਿਮ ਜਾਂ ਇੱਕ ਗੱਲ ਆ ਜਾਂਦੀ ਹੈ ਕਿ ਇਹ ਪੜ੍ਹੇ ਲਿਖੇ ਨਹੀਂ ਹੁੰਦੇ। ਬਟ ਤੁਹਾਡੀ ਗੱਲ ਕਰੀਏ ਜਾਂ ਜਸਵਿੰਦਰ ਸਰ ਦੀ ਗੱਲ ਕਰੀਏ, ਤੁਹਾਡੀ ਦੋਸਤੀ ਦੀ ਗੱਲ ਕਰੀਏ, ਤੁਸੀਂ ਬਹੁਤ ਜ਼ਿਆਦਾ ਐਜੂਕੇਸ਼ਨ ਨੂੰ ਵੀ ਨਾਲ ਪ੍ਰੈਫਰ ਕੀਤਾ। ਤੁਸੀਂ ਆਪਣੀ ਆਰਟ ਨੂੰ ਵੀ ਅੱਗੇ ਲੈ ਕੇ ਆਏ, ਆਪਣੀ ਐਕਟਿੰਗ ਨੂੰ ਵੀ ਅੱਗੇ ਲੈ ਕੇ ਆਏ, ਲੇਕਿਨ ਨਾਲ ਤੁਸੀਂ ਆਪਣੀ ਐਜੂਕੇਸ਼ਨ ਨਹੀਂ ਛੱਡੀ। ਉਹਦਾ ਕੋਈ ਖਾਸ ਵਜ੍ਹਾ ਹੈ, ਕੋਈ ਖਾਸ ਰੀਜ਼ਨ? ਜੀ ਹਾਂ ਆਕਾਂक्षा ਜੀ, ਬੇਸਿਕਲੀ ਮੈਂ ਤੇ ਭੱਲਾ ਜੀ ਜਦੋਂ ਪੜ੍ਹਦੇ ਹੁੰਦੇ ਸੀਗੇ ਤੇ ਸਾਨੂੰ ਇੱਕ ਬਹੁਤ ਹੀ ਆਈ ਵੁੱਡ ਸੇ ਮੈਂ ਹਾਲੇ ਵੀ ਰਿਗਾਰਡ ਕਰਦਾ ਹਾਂ ਡਾਕਟਰ ਗੁਰਬਖਸ਼ ਸਿੰਘ ਗਿੱਲ ਸਾਡੇ ਡੀਨ ਹੁੰਦੇ ਸੀ ਐਗਰੀਕਲਚਰ ਦੇ। ਉਹਨਾਂ ਨੇ ਸਾਡੇ ਪਾਰਲੀਟੋਰੀਅਮ 'ਚ ਨਾ ਕੋਈ ਸਟੂਡੈਂਟਸ ਨੂੰ ਲੈਕਚਰ ਕਰ ਰਹੇ ਸੀਗੇ। ਉਹਨਾਂ ਨੇ ਇੱਕ ਐਗਜ਼ਾਮਪਲ ਦੇ ਕੇ ਗੱਲ ਸੁਣਾਈ ਜਿਹੜੀ ਮੈਂ ਲਾਈਫ ਲੌਂਗ ਗੱਲ ਅਬਜ਼ਰਵ ਕਰ ਲਈ, ਕਈ ਜਗ੍ਹਾ ਸੁਣਾਈ। ਮੈਂ ਤੁਹਾਡੀ ਮੀਡੀਆ ਰਾਹੀਂ ਵੀ ਐਜੂਕੇਸ਼ਨ ਨਾਲ ਲਿੰਕ ਹੈਗਾ, ਸੁਣਾਉਣੀ ਚਾਹੂੰਗਾ। ਉਹਨਾਂ ਨੇ ਕਿਹਾ ਸੀਗਾ ਕਿ ਬੱਚਿਓ ਦੇਖੋ ਤੁਸੀਂ BSc ਕਰਨ ਆਏ ਆ, ਤੁਹਾਡੇ ਚੋਂ ਬਹੁਤ ਬੰਦਿਆਂ ਨੇ ਬਿਊਰੋਕਰੇਟ ਬਣਨਾ, ਪੁਲਿਸ ਦੇ ਵਿੱਚ ਜਾਣਾ, ਐਗਰੀਕਲਚਰ ਜਾਣਾ, ਪਤਾ ਨਹੀਂ ਕਿੱਥੇ ਕਿੱਥੇ ਜਾਣਾ। ਬਟ ਮੈਂ ਤੁਹਾਨੂੰ ਇੱਕ ਮੂਲ ਮੰਤਰ ਦੇਣ ਲੱਗਾ ਕਿ ਐਜੂਕੇਸ਼ਨ, ਜਿਵੇਂ ਆਕਾਂक्षा ਨੇ ਗੱਲ ਕੀਤੀ ਆ, ਐਜੂਕੇਸ਼ਨ ਉਹਨਾਂ ਨੇ ਬੋਰਡ ਚੱਕ ਲਿਆ, ਬੋਰਡ ਤੇ ਲਿਖਿਆ 1 ਇੱਕ ਆ। ਜੇ ਤੁਸੀਂ ਐਜੂਕੇਸ਼ਨ ਪ੍ਰਾਪਤ ਕਰ ਰਹੇ ਆ ਉਹਦੇ ਨਾਲ ਤੁਸੀਂ ਅੱਛੇ ਆਰਟਿਸਟ ਹੈਗੇ ਆ, ਐਡ 1 0 ਔਨ ਰਾਈਟ ਸਾਈਡ 10। ਜੇ ਅੱਛੇ ਸਪੋਰਟਸਮੈਨ ਵੀ ਹੈਗੇ ਆ, ਐਡ ਅਨਦਰ 0 100। ਜੇ ਤੁਸੀਂ ਬਹੁਤ ਅੱਛੇ ਰਾਈਟਰ ਲੇਖਕ ਵੀ ਹੈਗੇ ਆ, ਇੱਕ ਹੋਰ 0 ਐਡ ਸੋ ਔਨ 1000 10000 ਲੱਖ ਕਰੋੜ ਵੀ ਜਾ ਸਕਦੇ। ਕਹਿੰਦੇ ਇਮੇਜਿਨ ਇੱਕ ਮਿਟਾ ਦਿਓ, ਵੇਅਰ ਯੂ ਸਟੈਂਡ। ਜੇ ਇੱਕ ਮਿਟਾਤਾ ਤੇ ਬਾਕੀ ਸਾਰੀਆਂ ਭਾਵੇਂ ਕਲਾਕਾਰਾਂ ਭਾਵੇਂ ਸਪੋਰਟਸਮੈਨ ਆ, ਜਿੱਥੇ ਵੀ 0 ਰਹਿ ਜਾਊਗੀ ਤੁਹਾਡੇ ਪੱਲੇ। ਸਾਡੇ ਗੱਲ ਇੰਨੀ ਪੱਲੇ ਬਣ ਲਈ ਕਿ ਮੈਨੂੰ ਮਤਲਬ ਨੋ ਡਾਊਟ ਥੀਏਟਰ ਕਰਦੇ ਸੀ ਭੱਲਾ ਸਾਹਿਬ ਤੇ ਮੈਂ। ਭੱਲਾ ਸਾਹਿਬ ਸਿੰਗਰ ਸੀਗੇ, ਗਾਉਂਦੇ ਸੀਗੇ, PU ਵਿੱਚ ਅਸੀਂ ਸ਼ਰਾਰਤੀ ਵੀ ਸੀਗੇ, ਸਭ ਕਰਦੇ ਸੀਗੇ। ਜਦੋਂ ਆਕਾਂक्षा ਜੀ BSc ਕੰਪਲੀਟ ਹੋਈ ਤੇ PAU ਮੈਗਜ਼ੀਨ 'ਚ ਮੇਰੀ ਫੋਟੋ ਛਪੀ ਕਿ ਬਾਲਮੁਕੰਦ ਸ਼ਰਮਾ ਅਗਰੋਨਮੀ BSc 골ਡ ਮੈਡਲਿਸਟ ਟੌਪਰ, ਤੇ ਲੋਕੀ ਸਾਰੇ ਹੈਰਾਨ, ਡਰਾਮੇ ਵਾਲੇ ਟੌਪਰ ਕਿੱਦਾਂ ਹੋ ਗਏ ਬਈ? ਜਿਵੇਂ ਤੁਸੀਂ ਗੱਲ ਕਹੀ ਐਗਜ਼ੈਕਟਲੀ ਕਿ ਆਪਣਾ ਇੰਪ੍ਰੈਸ਼ਨ ਜਿਹੜਾ ਕਲਾਕਾਰਾਂ ਦਾ ਹੁੰਦਾ, ਐਗਜ਼ੈਕਟਲੀ ਵੀ ਨਲਿਆ ਦੇ ਹੁੰਦੇ ਆ, ਇਹ ਪੜ੍ਹਦੇ ਨਹੀਂ ਹੋਣੇ। ਸੋ ਜਦੋਂ ਮੇਰੇ ਘਰਦਿਆਂ ਨੂੰ ਵੀ ਬੜਾ ਅੱਛਾ ਲੱਗਾ ਕਿ ਮੈਂ ਆਪਦੀ ਆਰਟਿਸਟਿਕ ਵਿੱਚ ਤਾਂ ਆਪਦੇ ਸਾਰਾ ਕੁਝ ਜਾਰੀ ਰੱਖਿਆ, ਮੈਨੂੰ ਸ਼ੌਕ ਸੀ ਸਟੇਜ ਤੇ ਹੁੰਦਾ। ਪਰ ਮੈਨੂੰ ਲੱਗਦਾ ਸੀ ਵੀ ਰਾਤ ਨੂੰ ਭਾਵੇਂ 2 ਵਜਣ 3 ਵਜਣ 4 ਵਜਣ, ਭਾਵੇਂ ਸਟਰੀਟ ਲਾਈਟ ਜਾ ਕੇ ਪੜ੍ਹੇ ਆ, ਪੇਪਰ ਵਿੱਚ ਨੰਬਰ ਮੇਰੇ ਟੌਪ ਆਉਣੇ ਚਾਹੀਦੇ ਆ। ਐਂਡ ਪਰਮਾਤਮਾ ਦੀ ਕਿਰਪਾ ਨਾਲ ਮੈਂ 골ਡ ਮੈਡਲਿਸਟ ਬਣਿਆ। ਵੈਰੀ ਨਾਈਸ। ਸਰ ਜਿਵੇਂ ਤੁਸੀਂ ਖੁਦ ਗੱਲ ਕਰ ਰਹੇ ਸੀਗੇ ਕਿ ਤੁਸੀਂ ਉਸ ਟਾਈਮ ਤੇ ਸ਼ੁਰੂ ਕੀਤਾ ਕਿ ਜਦੋਂ ਹੁਣ ਤਾਂ ਫਿਰ ਆਪਣੀ ਫੀਲਡ ਨੂੰ ਜਾਂ ਫਿਰ ਸਿੰਗਰ, ਡਾਂਸਰ, ਕੋਰੀਓਗ੍ਰਾਫਰ, ਇਹਨਾਂ ਆਰਟਿਸਟਿਕ ਫੀਲਡ ਨੂੰ ਸਾਰੇ ਪੇਰੈਂਟਸ ਸਪੋਰਟ ਕਰਨ ਲੱਗ ਗਏ, ਚਾਹੇ ਉਹ ਸੋਸ਼ਲ ਮੀਡੀਆ ਕਰਕੇ ਹੋਇਆ ਹੋਵੇ ਜਾਂ ਸਮਾਂ ਬਦਲ ਗਿਆ। ਹੁਣ ਲੋਕ ਫੇਮ, ਮਨੀ, ਇਹਨਾਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰ ਕਰਨ ਲੱਗ ਗਏ ਰੈਦਰ ਦੈਨ ਇੱਕ ਬੈਂਕ ਵਿੱਚ ਜੌਬ ਕਰਨਾ ਜਾਂ 9 to 5 ਜੌਬ ਕਰਨਾ। ਹਰ ਕੋਈ, ਸਾਡੇ ਯੂਥ ਦੀ ਗੱਲ ਕਰੀਏ ਤਾਂ ਸਾਰੇ ਚਾਹੁੰਦੇ ਕਿ ਅਸੀਂ 9 to 5 ਜੌਬ ਨਾ ਕਰੀਏ ਜਾਂ ਗਵਰਨਮੈਂਟ ਜੌਬ ਨਾ ਕਰੀਏ, ਅਸੀਂ ਫੇਮਸ ਹੋਈਏ ਤੇ ਜ਼ਿਆਦਾ ਪੈਸੇ ਕਮਾਈਏ। ਲੇਕਿਨ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਉਦੋਂ ਐਸਾ ਦੌਰ ਸੀ ਜਾਂ ਐਸਾ ਜ਼ਮਾਨਾ ਸੀ ਜਦੋਂ ਇਸ ਚੀਜ਼ ਲਈ ਭੰਡ, ਮਰਾਸੀ, ਇਹੋ ਜਿਹੇ ਸ਼ਬਦ ਵਰਤੇ ਜਾਂਦੇ ਸੀ ਜੋ ਇੱਕ ਕੌੜਾ ਸੱਚ ਹੈ। ਫਿਰ ਤੁਸੀਂ ਆਪਣੇ ਘਰਦਿਆਂ ਨੂੰ ਕਿੱਦਾਂ ਕਨਵਿੰਸ ਕੀਤਾ ਸੀ ਜਾਂ ਫਿਰ ਘਰੇ ਕੋਈ ਸਟਰਗਲ ਦੇਖਿਆ ਹੋਵੇ ਕਿ ਪੇਰੈਂਟਸ ਨੇ ਕਿਹਾ ਹੋਵੇ ਕਿ ਨਹੀਂ ਤੂੰ ਪੜ੍ਹਾਈ 'ਚ ਖੁਸ਼ ਹੈ, ਪੜ੍ਹਾਈ 'ਚ ਵਧੀਆ ਪੜ੍ਹਾਈ ਕਰ, ਆਹ ਕੰਮ ਨਹੀਂ ਕਰਨੇ ਅਸੀਂ? ਤੁਹਾਡੀ ਗੱਲ ਦਾ ਤਾਂ ਆਨਸਰ ਇਸ ਗੱਲ 'ਚੋਂ ਸ਼ਬਦ 'ਚੋਂ ਮਿਲ ਗਿਆ ਕਿ ਭੱਲਾ ਜੀ ਤੇ ਮੈਂ ਕਾਮੇਡੀ ਦੇ ਫੀਲਡ ਵਿੱਚ ਪਹਿਲੀ ਵਾਰੀ ਭੰਡਾਂ ਦੇ ਨਕਲਾਂ ਰਾਹੀਂ ਹੀ ਆਏ ਸੀ। ਐਗਜ਼ੈਕਟਲੀ ਯੈਸ। ਸੋ ਮੈਂ ਕਹਿੰਦਾ ਭਾਵ ਆ ਕਿ ਅਸੀਂ ਜਦੋਂ ਸਾਡੇ 81 82 'ਚ ਪ੍ਰੀ ਫਾਈਨਲ ਦੇ ਸਟੂਡੈਂਟ ਸੀਗੇ, ਇੱਕ ਨਾ ਆਕਾਂक्षा ਰਿਚੁਅਲ ਹੁੰਦਾ ਕਿ ਵੀ ਆਲਵੇਜ਼ ਆਰਗੇਨਾਈਜ਼ ਆਊਟ ਗੋਇੰਗ ਕਲਾਸ ਨੂੰ ਫੇਅਰਵੈਲ ਕਰਦੇ ਹਰ ਕਾਲਜ। ਸੋ ਅਸੀਂ ਉਹ ਜਿਹੜੀ ਫੇਅਰਵੈਲ ਅਰੇਂਜ ਕਰ ਰਹੇ ਸੀਗੇ ਆਪਣੇ ਫਾਈਨਲ ਈਅਰ ਨੂੰ, ਮੈਂ ਤੇ ਭੱਲਾ ਜੀ ਪ੍ਰੀ ਫਾਈਨਲ ਸੀਗੇ। ਅਸੀਂ ਦੋਨਾਂ ਨੇ ਸੋਚਿਆ ਵੀ ਆਪਾਂ ਜਿਹੜੀ ਸਟੇਜ ਪਰਫਾਰਮੈਂਸ ਤੇ ਕਲਚਰਲ ਆਈਟਮ ਕਰੀ ਨਾ, ਲੈਟਸ ਡੂ ਸਮਥਿੰਗ ਡਿਫਰੈਂਟ। ਇੱਕ ਸ਼ਰਾਰਤ ਸੁੱਝੀ ਵੀ ਜਿਹੜੀਆਂ ਨਕਲਾਂ ਪਿੰਡਾਂ ਦੀਆਂ, ਕਿਉਂਕਿ ਭੰਡਾਂ ਦੇ ਨਕਲਾਂ ਪਿੰਡਾਂ ਵਿੱਚ ਹਜੇ ਵੀ ਲੋਕੀ ਯਾਦ ਕਰਦਾ, ਵਿਆਹਾਂ ਸ਼ਾਦੀਆਂ ਤੇ ਹਜੇ ਵੀ ਆਉਂਦੇ ਆ। ਤੁਸੀਂ ਇਮੇਜਿਨ ਕਰੋ ਵੀ ਮੇਰਾ ਲੋਹੀਆਂ ਪਿੰਡ ਆ, ਜ਼ਿਲ੍ਹਾ ਜਲੰਧਰ, ਭੱਲਾ ਜੀ ਦਰਾਹੇ ਦੇ ਸੀ ਲੁਧਿਆਣੇ 'ਚ, ਤੇ ਅਸੀਂ ਦੋਨਾਂ ਨੇ ਆਪਣੇ ਆਪਣੇ ਪਿੰਡ ਵਾਲੇ ਭੰਡਾਂ ਨੂੰ ਜਾ ਕੇ ਮਿਲੇ। ਸਾਡੇ ਮੈਨੂੰ ਯਾਦ ਬਸ਼ੀਰ ਅਹਿਮਦ ਸੀਗੇ, ਮੈਂ ਉਹਨਾਂ ਦੇ ਘਰ ਗਿਆ, ਉਹਨਾਂ ਦੇ ਬੱਚਿਆਂ ਨੂੰ ਮਿਲਿਆ, ਉਹਨਾਂ ਫਾਦਰ ਨੂੰ ਮਿਲਿਆ, ਉਹਨਾਂ ਕੋਲ ਮੈਂ ਕੁਝ ਟੋਟਕੇ ਲਏ, ਉਹਨਾਂ ਦੀ ਮੈਂ ਡਰੈਸ ਸਮਝੀ, ਕਿੱਦਾਂ ਉਹ ਪੱਗ ਲਪੇਟਦੇ ਆ, ਕਿਵੇਂ ਜੈਕਟ ਧੋਤੀ ਪਾਉਂਦੇ ਆ, ਕਿਵੇਂ ਉਹ ਬੰਨ੍ਹਦੇ ਆ, ਪਟਾਕੇ ਮਾਰਦੇ ਆ, ਉਹ ਸਾਰਾ ਕੁਝ ਲਰਨ ਕਰਕੇ ਭੱਲਾ ਜੀ ਤੇ ਮੈਂ ਸਟੇਜ ਤੇ ਪਰਫਾਰਮ ਕੀਤਾ ਭੰਡਾਂ ਦੇ ਨਕਲਾਂ। ਔਰ ਇਮੈਜਿਨ ਕਰੋ ਕਿ ਸਾਨੂੰ ਪ੍ਰੈਸ ਮੀਡੀਆ 'ਚ ਫਸਟ ਟਾਈਮ ਜਦੋਂ ਐਕਸਪੋਜ਼ਰ ਸਾਡੇ ਬੜੇ ਸਤਿਕਾਰਯੋਗ ਸਾਧ ਸਭਾ ਦੇ ਪ੍ਰਧਾਨ ਰਹੇ ਲੁਧਿਆਣਾ ਦੇ ਗੁਰਭਜਨ ਗਿੱਲ ਜੀ, ਉਹਨਾਂ ਨੇ ਪੰਜਾਬੀ ਟ੍ਰਿਬਿਊਨ 'ਚ ਆਰਟੀਕਲ ਲਿਖਿਆ, ਖੁਰਦੇ ਸੱਭਿਆਚਾਰ ਦੇ ਰਾਖੇ ਭੱਲਾ ਤੇ ਬਾਲਮਕੰਦ ਭੰਡ। ਅਸੀਂ ਲੋਕਾਂ ਨੇ ਕਹਿਣਾ ਕੀ ਤੁਸੀਂ ਬਣੇ ਹੋਏ ਆ, ਪਰ ਅਸੀਂ ਪ੍ਰਾਊਡ ਫੀਲ ਕੀਤਾ ਵੀ ਇੱਕ ਕਲਾ ਵਾ,
ਜੀ। ਉਹਨੂੰ ਅਸੀਂ ਜੀਵਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਾਮੇਡੀ ਦਾ ਮੇਰੇ ਸੇ ਮਾਂ ਭੰਡ ਹਾਂਜੀ ਬਿਲਕੁਲ ਕਾਮੇਡੀ ਜਿਹੜੀ ਆ ਮਤਲਬ ਉਹ ਉੱਥੋਂ ਨਿਕਲੀ ਆ ਤੇ ਇਸ ਕਰਕੇ ਸਾਨੂੰ ਜੇ ਛਨਕਾਟਾ ਬਣਿਆ ਵਾ ਤਾਂ ਉਹਦਾ ਬੇਸ ਤਾਂ ਭੰਡ ਹੀ ਆ ਜੀ। ਫਿਰ ਸਵਾਲ ਉਹੀ ਰਹਿ ਗਿਆ ਸਰ ਵਿੱਚ ਕਿ ਤੁਹਾਡੇ ਲਈ ਘਰਦਿਆਂ ਨੇ ਕੋਈ ਵਿਰੋਧ ਕੀਤਾ ਹੋਵੇ ਜਾਂ ਕਿਉਂਕਿ ਤੁਹਾਡੀ ਜਰਨੀ ਅਸੀਂ ਹੁਣ ਤੱਕ ਤੁਸੀਂ ਬਹੁਤ ਕਾਮਯਾਬ ਹੋਏ ਹੋ ਅਕੈਡਮਿਕਸ ਦੀ ਗੱਲ ਕਰੀਏ ਉਧਰ ਵਿੱਚ ਵੀ ਆਰਟਿਸਟਿਕ ਫੀਲਡ ਉਧਰ ਵੀ ਲੇਕਿਨ ਘਰੋਂ ਕਦੀ ਕਿਸੇ ਨੇ ਡਾਂਟਿਆ ਹੋਵੇ ਕਿ ਤੂੰ ਨਾ ਕਰ ਜਾਂ ਪਾਪਾ ਨੇ ਦਾਦਾ ਦਾਦੀ ਰਿਸ਼ਤੇਦਾਰ ਕਿਸੇ ਨੇ ਕਿਹਾ ਹੋਵੇ? ਟੂ ਬੀ ਵੈਰੀ ਓਨੈਸਟ ਇਦਾਂ ਦੀ ਪ੍ਰੋਬਲਮ ਸਾਨੂੰ ਪਰਿਵਾਰ ਚੋਂ ਬਿਲਕੁਲ ਨਹੀਂ ਆਈ ਅੱਛਾ ਕਿਉਂਕਿ ਮੈਂ ਜਿਹੜੇ ਪਰਿਵਾਰ ਨੂੰ ਬਿਲੋਂਗ ਕਰਦਾ ਜੀ ਉਹ ਲੋਹੀਆਂ ਖਾਸ ਦੇ ਵਿੱਚ ਮੇਰੇ ਵੱਡੇ ਬ੍ਰਦਰਸ ਜੀ ਇੱਕ ਜਰਨਲਿਸਟ ਨੇ ਇੱਕ ਡਾਕਟਰ ਨੇ ਇੱਕ ਪ੍ਰਿੰਸੀਪਲ ਨੇ ਦੇ ਵਰ ਇਨਟੂ ਥੀਏਟਰ ਜੀ ਅਸੀਂ ਲੋਹੀਆਂ ਨਾਟਕ ਕਲਾ ਕੇਂਦਰ ਬਣਾਇਆ ਸੀ ਮੈਂ ਉਦੋਂ 4 5 6 ਸਾਲ ਦਾ ਬੱਚਾ ਸੀ ਮੈਨੂੰ ਪਹਿਲਾ ਆਰਟਿਸਟ ਮਿਲ ਗਿਆ ਘਰ 'ਚ ਸਭ ਤੋਂ ਛੋਟੇ ਵੀ ਹੋ ਰਾਈਟ ਤੇ ਮੈਨੂੰ ਥੀਏਟਰ ਦਾ ਕਰਨ ਦਾ ਸ਼ੌਕ ਸੀ ਮੈਨੂੰ ਸਟੇਜ ਤੇ ਮੌਕਾ ਮਿਲ ਗਿਆ ਤੇ ਮੈਂ ਸਿੱਖਣ ਲੱਗਿਆ ਇਸ ਕਰਕੇ ਘਰ ਥੀਏਟਰ ਦਾ ਮਾਹੌਲ ਸੀਗਾ ਤੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿਸੇ ਨੇ ਡਿਸਕਰੇਜ ਨਹੀਂ ਕੀਤਾ ਫਿਰ ਜਦੋਂ ਅਸੀਂ ਗਰੋ ਕਰਕੇ ਪਿੰਡਾਂ ਦੀਆਂ ਆਈਟਮ ਕਰਨ ਲੱਗੇ ਉਹ ਤੁਹਾਡੀ ਗੱਲ ਠੀਕ ਹੈ ਸਮਾਜਿਕ ਤੌਰ ਤੇ ਆਈ ਪਾਰਸ਼ਲੀ ਐਗਰੀ ਵਿਦ ਯੂ ਕਿ ਜਦੋਂ ਆਪਾਂ ਨਕਲਾਂ ਪਿੰਡਾਂ ਦੀ ਕਰਦੇ ਆ ਤਾਂ ਮੈਂ ਇੱਕ ਦੋ ਇਨਸੀਡੈਂਟ ਤੁਹਾਨੂੰ ਕੋਟ ਕਰਦਾ ਕਿ ਜਦੋਂ ਮੇਰੀ ਮਤਲਬ ਮੰਗਣੀ ਕਹ ਲੋ ਹੋ ਗਈ ਵਟਐਵਰ ਮੇਰੀ ਵਾਈਫ ਦੱਸਦੇ ਹੁੰਦੇ ਆ ਵੀ ਮੈਂ ਆਪਣੇ ਫਾਦਰ ਨੂੰ ਤੁਹਾਡਾ ਕੋਈ ਟੀਵੀ ਤੇ ਭੰਡਾਂ ਦਾ ਸ਼ੋਅ ਆ ਰਿਹਾ ਸੀਗਾ ਤੇ ਮੈਂ ਦੱਸੇ ਫਾਦਰ ਨੂੰ ਫਾਦਰ ਕਹਿੰਦੇ ਆ ਮੁੰਡਾ ਵਾ ਹਨਾ ਜੋ ਫਸਟ ਲੁੱਕ ਦੇਖਦੇ ਆ ਤੇ ਤੁਸੀਂ ਦੇਖਦੇ ਵੀ ਤਾਂ ਯਾਰ ਨਾਲੇ ਕਹਿੰਦੇ ਡਿਸਟ੍ਰਿਕਟ ਮੈਨੇਜਰ ਲੱਗਾ ਹੋਇਆ ਡੀਐਮ ਤੇ ਇਹ ਆਹ ਕੀ ਕਰਨ ਡਿਆ ਹਨਾ ਇਦਾਂ ਦੀ ਸਮਾਜਿਕ ਮੈਂ ਤੁਹਾਨੂੰ ਦੱਸਾਂ ਭੱਲਾ ਜੀ ਪ੍ਰੋਫੈਸਰ ਲੱਗੇ ਪ੍ਰੋਫੈਸਰ ਲੱਗਣ ਤੋਂ ਬਾਅਦ ਭੱਲਾ ਜੀ ਆਪ ਇਹ ਮੀਡੀਆ ਤੇ ਵੀ ਸੁਣਾ ਚੁੱਕੇ ਗੱਲ ਕਈ ਵਾਰੀ ਕਹਿੰਦੇ ਇੱਕ ਦੇਹਰਾਦੂਨ ਦੀ ਬੱਚੀ ਸੀ ਐਮਐਸਸੀ ਮੇਰੇ ਕੋਲ ਸਟੂਡੈਂਟ ਸੀ ਮੇਰੀ ਹੁਣ ਐਮਐਸਸੀ ਬੱਚੀ ਕਰ ਰਹੀ ਆ ਤੇ ਉਹਨੂੰ ਲੱਗਾ ਵੀ ਮੈਂ ਆਪਦੇ ਦੇਹਰਾਦੂਨ ਨੈਸ਼ਨਲ ਟੀਵੀ ਤੋਂ ਕੋਈ ਵਿਸਾਖੀ ਦਾ ਸ਼ੋਅ ਸੀ ਸਾਨੂੰ ਉਹਨਾਂ ਨੇ ਦਿੱਲੀ ਬੁਲਾਇਆ ਗੱਲ ਪੁਰਾਣੀ ਹੈ ਇਹ ਸਾਨੂੰ ਉਹਨਾਂ ਨੇ ਕਿਹਾ ਵੀ ਭੰਡੇ ਦੇ ਨਕਲਾਂ ਕਰੋ ਤੁਹਾਡੇ ਮੈਨੂੰ ਬਹੁਤ ਲਾਈਕ ਕਰਦੇ ਲੋਕੀ ਮੈਂ ਤੇ ਭਲਾਈ ਨੇ ਪਰਫਾਰਮ ਕੀਤਾ ਉਹ ਬੱਚੀ ਕਹਿੰਦੀ ਵੀ ਜਦੋਂ ਮੈਂ ਵਿਸਾਖੀ ਤੇ ਘਰ ਗਈ ਸੀ ਮੈਂ ਟੀਵੀ ਲਾਇਆ ਤੇ ਉਹ ਸਰ ਤੁਹਾਡਾ ਪ੍ਰੋਗਰਾਮ ਮੈਂ ਭੱਜ ਕੇ ਫਾਦਰ ਨੂੰ ਬੁਲਾ ਕੇ ਲਈ ਕਿ ਡੈਡੀ ਮੇਰੇ ਪ੍ਰੋਫੈਸਰ ਡਾਕਟਰ ਭੱਲਾ ਟੀਵੀ ਤੇ ਆ ਰਹੇ ਤੇ ਭੱਲਾ ਸਾਹਿਬ ਕਹਿੰਦੇ ਫਿਰ ਡੈਡੀ ਨੇ ਕਿਹਾ ਕਿ ਡੈਡੀ ਕਹਿੰਦੇ ਬੇਟੇ ਜਿਹੋ ਜਿਹੇ ਪ੍ਰੋਫੈਸਰ ਆ ਨਾ ਤੂੰ ਪੜ੍ਹੋ ਰਹਿਣ ਦੇ ਘਰ ਆ ਜਾ ਜਾਨੀ ਇਦਾਂ ਦੀਆਂ ਮਤਲਬ ਵਿਅੰਗ ਜਿਹੜੇ ਆ ਇਹ ਮੈਂ ਕਹਿ ਸਕਦਾ ਸਮਾਜਿਕ ਤੌਰ ਤੇ ਕਹਿ ਸਕਦਾ ਪਰ ਕਲਾ ਹੀ ਆ ਜੀ ਕਲਾ ਕੋਈ ਵੀ ਹੋ ਸਕਦੀ ਕਲਾ ਆਪਾਂ ਵਾਰ ਰਹੇ ਆ ਤੇ ਲਾਈਫ ਵਿੱਚ ਮੈਨੂੰ ਲੱਗਦਾ ਕਿ ਜੇ ਤੁਸੀਂ ਚਿੱਤਰਣ ਕਰਦੇ ਹੋ ਕੈਰੈਕਟਰ ਦਾ ਸਹੀ ਤਰ੍ਹਾਂ ਤਾਂ ਤੁਸੀਂ ਜਸਟੀਫਾਈ ਕਰਦੇ ਆ ਐਕਟਿੰਗ ਨਾਲ ਵੈਸੇ ਹਰ ਕਿਸ ਦੀ ਪ੍ਰਾਇੋਰਟੀਜ਼ ਅਲੱਗ ਹੁੰਦੀਆਂ ਨੇ ਹੈ ਨਾ ਅਗਰ ਜਸਵਿੰਦਰ ਸਰ ਤੇ ਤੁਹਾਡੀ ਗੱਲ ਕਰੀਏ ਤੁਸੀਂ ਦੋਨਾਂ ਨੇ ਇਕੱਠਿਆਂ ਸ਼ੁਰੂ ਕੀਤਾ ਤੁਹਾਡੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਦੋਸਤੀ ਬਹੁਤ ਤੁਸੀਂ ਵਧੀਆ ਨਿਭਾਈ ਔਰ ਹਜੇ ਵੀ ਤੁਸੀਂ ਅੱਛੇ ਦੋਸਤ ਹੋ ਲੇਕਿਨ ਅਗਰ ਗੱਲ ਕਰੀਏ ਤਾਂ ਤੁਹਾਡੀ ਪ੍ਰਾਇੋਰਟੀਜ਼ ਅਲੱਗ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਆਪਣੀ ਅਕੈਡਮਿਕਸ ਜਾਂ ਜੋ ਦੂਸਰੀ ਤੁਹਾਡਾ ਪ੍ਰੋਫੈਸ਼ਨਸ ਹੈ ਜਾਂ ਹੋਰ ਸਭ ਚੀਜ਼ਾਂ ਉਹਨਾਂ ਨੂੰ ਤੁਸੀਂ ਜ਼ਿਆਦਾ ਅੱਗੇ ਕੰਟੀਨਿਊ ਕੀਤਾ ਲੇਕਿਨ ਇਸ ਲਾਈਨ ਦੇ ਵਿੱਚ ਤੁਸੀਂ ਅੱਗੇ ਕੁਝ ਜ਼ਿਆਦਾ ਨਹੀਂ ਕੀਤਾ ਇਹਦਾ ਕੀ ਬਿਲਕੁਲ ਆਕਾਂक्षा ਤੁਹਾਡੀ ਗੱਲ ਠੀਕ ਹੈ ਮੈਨੂੰ ਇਹ ਅਕਸਰ ਇਹ ਕੁਐਸਚਨ ਮੀਡੀਆ ਤੋਂ ਫੇਸ ਕਰਨਾ ਪੈਂਦਾ ਐਂਡ ਆਮ ਵੈਰੀ ਓਨੈਸਟ ਐਂਡ ਟਰੂ ਵਿਦ ਦੈਟ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਐਜੂਕੇਸ਼ਨ ਵਿੱਚ ਵੀ ਮੈਨੂੰ ਲੱਗਦਾ ਸੀ ਵੀ ਥੋੜਾ ਜਿਹਾ ਆਪਣਾ ਜਿਹੜਾ ਇੱਕ ਵਾਲੀ ਗੱਲ ਹੈ ਐਜੂਕੇਸ਼ਨ ਤੁਹਾਡੀ ਜ਼ਿਆਦਾ ਪ੍ਰੈਫਰੈਂਸ ਉਹ ਚੀਜ਼ ਸੀ ਜਦੋਂ ਮੈਂ ਜੌਬ 'ਚ ਆ ਗਿਆ ਉਦੋਂ ਵੀ ਮੇਰੇ ਕੋਲ ਚੁਆਇਸ ਸੀਗੀ ਜਿਹਦੀ ਡਿਸਟ੍ਰਿਕਟ ਮੈਨੇਜਰ ਮੈਂ ਰਿਹਾ 15 ਸਾਲ ਜਲੰਧਰ ਡੀਐਮ ਲੁਧਿਆਣਾ ਡੀਐਮ ਕਪੂਰਥਲਾ ਨਵਾਂ ਸ਼ਹਿਰ ਫਿਰ ਮੈਂ ਜਦੋਂ 2001 ਵਿੱਚ 2K ਤੁਹਾਡੇ ਭਾਸ਼ਾ 'ਚ 2K 'ਚ ਮੈਂ ਇੱਥੇ ਆ ਗਿਆ ਚੰਡੀਗੜ੍ਹ ਮੁਹਾਲੀ ਆਪਾਂ ਮੇਰੇ ਘਰ ਬੈਠੇ ਆ ਤੇ ਮੈਂ ਸੀਨੀਅਰ ਮੈਨੇਜਰ ਬਣ ਗਿਆ ਮਾਰਕਫੈਟ 'ਚ ਡਿਪਟੀ ਚੀਫ ਮੈਨੇਜਰ ਬਣ ਗਿਆ 2006 'ਚ ਮੈਂ ਚੀਫ ਮੈਨੇਜਰ ਬਣ ਗਿਆ 2011 'ਚ ਮੈਂ ਐਗਜ਼ੈਕਟਿਵ ਡਾਇਰੈਕਟਰ ਬਣ ਗਿਆ 17 'ਚ ਮੈਂ ਐਡੀਸ਼ਨਲ ਐਮਡੀ ਬਣ ਗਿਆ ਮੈਨੂੰ ਲੱਗਾ ਕਿ ਆਕਾਂक्षा ਜਿਹੜੀ ਮੈਨੂੰ ਗਰੋਥ ਮਿਲ ਰਹੀ ਸੀ ਡਿਪਾਰਟਮੈਂਟ 'ਚ ਉਹ ਮੈਨੂੰ ਗਰੋਥ ਮਿਲ ਰਹੀ ਸੀ ਬਿਕਾਜ਼ ਆਫ ਆਈ ਵੁੱਡ ਸੇ ਮਾਈ ਡੈਡੀਕੇਸ਼ਨ ਹਾਰਡ ਵਰਕ ਤੇ ਮਹਿਕਮਾ ਅਕਨੌਲੇਜ ਕਰ ਰਿਹਾ ਸੀਗਾ ਫਿਰ ਜੇ ਮੈਂ ਪਹਿਲਾਂ ਵਾਂਗੂ ਫੁੱਲ ਟਾਈਮ ਇੱਧਰ ਹੋ ਕੇ ਆਪਦੀ ਐਕਟਿੰਗ ਵਿੱਚ ਲੱਗਾ ਰਹਿੰਦਾ ਤੇ ਸ਼ਾਇਦ ਮੈਨੂੰ ਇਹ ਪ੍ਰਾਪਤੀਆਂ ਨਾ ਹੋਣ ਐਗਜ਼ੈਕਟਲੀ ਟੂ ਬੀ ਵੈਰੀ ਓਨੈਸਟ ਕੋਈ ਡਿਪਾਰਟਮੈਂਟ ਨੂੰ ਤਾਂ ਕੰਮ ਚਾਹੀਦਾ ਮੇਰੇ ਬੌਸ ਆਈਏਐਸ ਅਫਸਰ ਸੀਨੀਅਰ ਆਈਏਐਸ ਅਫਸਰ ਰਹੇ ਆ ਉਹਨਾਂ ਨੂੰ ਡਾਇਰੈਕਟ ਰਿਪੋਰਟਿੰਗ ਸੀਗੀ ਤਾਂ ਪੋਸੀਬਲੀ ਸੰਭਵ ਨਹੀਂ ਨਾਲੇ ਜਸਟੀਫਾਈ ਨਹੀਂ ਹੋਣਾਗਾ ਕਿ ਮੈਂ ਆਪਦੇ ਕੰਮ ਤੁਹਾਡੀ ਮਤਲਬ ਰਿਸਪੌਂਸਿਬਿਲਟੀਜ਼ ਜਾਂ ਫਿਰ ਤੁਸੀਂ ਜੋ ਤੁਹਾਨੂੰ ਇੱਕ ਚੀਜ਼ ਮਿਲ ਰਹੀ ਸੀ ਆਲਰੇਡੀ ਤੁਹਾਨੂੰ ਆਪਣੇ ਆਪ ਉਧਰ ਗਰੋਥ ਮਿਲ ਰਹੀ ਸੀ ਔਰ ਤੁਹਾਨੂੰ ਉਸ ਚੀਜ਼ ਨੂੰ ਛੱਡ ਕੇ ਐਟ ਦਾ ਕਾਸਟ ਆਫ ਦੈਟ ਮੈਂ ਇੱਧਰ ਕਰ ਵੀ ਜਾਂਦਾ ਮੇਰੇ ਮਨ 'ਚ ਆ ਗਿਆ ਸੀ ਆਕਾਂक्षा ਵੀ ਮੈਂ ਆਪਣਾ ਜਿਹੜਾ ਮਾਰਕਫੈਟ ਦਾ ਪ੍ਰੋਫੈਸ਼ਨਲ ਸਫਰ ਆ ਇਹ ਤਾਂ 58 60 ਤੱਕ ਐਗਜ਼ੈਕਟਲੀ ਤੇ ਜਦੋਂ ਮੈਂ ਇੱਥੋਂ ਜਿਵੇਂ ਰੁਖਸਤ ਹੋ ਗਿਆ ਹੁਣ ਮੈਂ ਰਿਟਾਇਰਮੈਂਟ ਲੈ ਲਈ ਆ ਰਿਟਾਇਰਮੈਂਟ ਤੋਂ ਬਾਅਦ ਤਾਂ ਜਦੋਂ ਵੀ ਹੁਣ ਮੈਂ ਪਰਮਾਤਮਾ ਦੀ ਕਿਰਪਾ ਨਾਲ ਦੁਬਾਰਾ ਫਿਲਮਾਂ ਵਿੱਚ ਵੀ ਥੋੜਾ ਬਹੁਤਾ ਛਨਕਾਟਾ ਵੀ ਸੋਚ ਰਹੇ ਭੱਲਾ ਤੇ ਮੈਂ ਲੈ ਕੇ ਆਈਏ ਸੋ ਮੇਰਾ ਕਹਿੰਦਾ ਪਾਵਾ ਹੁਣ ਅਸੀਂ ਅਵੇਲੇਬਲ ਹੈਗੇ ਆ ਉਹ ਮੈਨੂੰ ਸੀਗਾ ਵੀ ਮੈਂ ਇੱਕ ਚੀਜ਼ ਕਰ ਲਵਾਂ ਇਟ ਵਾਸ ਮਾਈ considered choice exactly जी बिल्कुल और हाँ जी ये जायज़ भी है क्योंकि बहुत सारे लोग ऐसे होंगे जो कुछ होर नहीं करते लेकिन सीधा ही स्ट्रगल करने लिए आ जाते ते कुछ बन नहीं पाते फिर किसी जो वो गैम्बल है जी एग्जैक्टली है ना जुआ जी ते जे तुसी स्ट्रगल करके देखो आर्टिस्ट बनना अच्छी गल है आर्टिस्ट हो के फेम लेना बहुत अच्छी गल है पर हर किसी हिस्से नहीं होंदा है ना लोगों की कचहरी च तुसी प्रूव कर पाने नहीं कर पाने दूसरा ये है कि इस फील्ड में तुहाडी गल ठीक है हुण यूट्यूब ने या सोशल मीडिया ने इन्ना ईजी करता कि टैलेंट हैगा तुहाडा
ਤੇ ਸਪਰੈਡ ਈਜ਼ੀ ਆ। ਕਿਸੇ ਵੇਲੇ ਹੁੰਦਾ ਸੀ ਤੁਸੀਂ 25-50 ਲੱਖ ਰੁਪਏ ਲਾ ਕੇ ਆਪਣੇ ਆਪ ਨੂੰ ਮਾਰਕੀਟ 'ਚ ਪੇਸ਼ ਕਰੋ, ਹੁਣ ਜਿਹੜਾ ਤੁਹਾਨੂੰ ਮੀਡੀਆ ਅਵੇਲੇਬਲ ਕਰਾ ਰਿਹਾ ਸਭ ਕੁਝ। ਜਿਵੇਂ ਤੁਸੀਂ ਛਣਕਾਟਾ ਦੀ ਗੱਲ ਕੀਤੀ ਕਿ ਦੁਬਾਰਾ ਲੈ ਕੇ ਆਉਣ ਬਾਰੇ ਸੋਚ ਰਿਹਾ, ਤੇ ਅਗਰ ਛਣਕਾਟਾ ਦੀ ਗੱਲ ਕਰੀਏ ਜਾਂ ਪੁਰਾਣੀ ਜਿੰਨੀ ਵੀ ਫਿਲਮਸ ਆਈਆਂ, ਚਾਹੇ ਉਹ ਹਰਭਜਨ ਮਾਨ ਸਾਹਿਬ ਦੀਆਂ ਹੋਣ, ਗੁਰਦਾਸ ਮਾਨ ਸਰ ਦੀਆਂ ਹੋਣ, ਜਾਂ ਫਿਰ ਗੁੱਗੂ ਗਿੱਲ ਸਰ ਦੀਆਂ ਹੋਣ, ਯੋਗਰਾਜ ਸਰ ਦੀਆਂ ਹੋਣ, ਉਹਨਾਂ ਫਿਲਮਸ ਤੇ ਛਣਕਾਟਾ ਜਾਂ ਉਸ ਸਮੇਂ ਜੋ ਪੰਜਾਬੀ ਸਿਨੇਮਾ ਸੀ, ਕਿਤੇ ਨਾ ਕਿਤੇ ਅੱਜ ਕੱਲ੍ਹ ਜਿਹੜਾ ਪੰਜਾਬੀ ਸਿਨੇਮਾ ਆ ਰਿਹਾ ਇਹ ਬਿਲਕੁਲ ਹਟ ਕੇ ਆ ਰਿਹਾ, ਡਿਫਰੈਂਟ ਹੋ ਚੁੱਕਿਆ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਦੋਂ ਜਿਹੜਾ ਸਿਨੇਮਾ ਸੀ ਜਾਂ ਉਦੋਂ ਜਿਹੜੀ ਐਕਟਿੰਗ ਜਾਂ ਟੈਲੈਂਟ ਸੀ ਜਾਂ ਜੋ ਵੀ ਕਲਾ ਅਸੀਂ ਦੇਖਦੇ ਸੀ, ਉਹ ਚੀਜ਼ਾਂ ਉਹ ਬੈਟਰ ਸੀ, ਜਾਂ ਹੁਣ ਜੋ ਚੀਜ਼ਾਂ ਹੋ ਰਹੀਆਂ ਨੇ ਇਹ ਬੈਟਰ ਹੈ? ਦੇਖੋ ਇਹ ਚੀਜ਼ ਨਾ ਕੰਪੈਰੀਬਲ ਨਹੀਂ ਹੁੰਦੀਆਂ ਆਕਾਂਕਸ਼ਾ ਜੀ। ਬੇਸਿਕਲੀ ਹਰ ਇੱਕ ਸਮੇਂ ਦਾ ਇੱਕ ਰੁਝਾਨ ਹੁੰਦਾ। ਉਦੋਂ ਰੁਝਾਨ ਜਿਹੜਾ ਸੀ ਉਹਦੇ ਮੁਤਾਬਕ ਉਹ ਫਿਲਮਾਂ ਠੀਕ ਸੀਗੀਆਂ। ਜਦੋਂ ਆਪਾਂ ਸਰਪੰਚ ਵਰਿੰਦਰ ਜੀ ਦੀ ਫਿਲਮ ਦੇਖਦੇ ਹੁੰਦੇ ਸੀਗੇ, ਉਹ ਇੱਕ ਦੌਰ ਆਇਆ। ਉਸ ਤੋਂ ਮੇਹਰ ਮਿੱਤਲ ਜੀ ਕਿੰਗ ਰਹੇ ਫਿਲਮਾਂ ਦੇ। ਆਪਾਂ ਸਾਰੀਆਂ ਫਿਲਮਾਂ ਪੰਜਾਬੀ ਫਿਲਮ ਚੱਲਦੀ ਨਹੀਂ ਸੀ ਜਦ ਤੱਕ ਮੇਰੇ ਕਈ ਡਿਸਟ੍ਰੀਬਿਊਟਰ ਪ੍ਰੋਡਿਊਸਰ ਨੇ ਕਹਿਣਾ ਵੀ ਜੇ ਸਾਨੂੰ ਰਿਲੀਜ਼ ਕਰਨ ਤੋਂ ਪਹਿਲਾਂ ਡਿਸਟ੍ਰੀਬਿਊਟਰ ਕਹਿੰਦਾ ਵੀ ਮੇਹਰ ਮਿੱਤਲ ਸ਼ਾਟ ਪਾਓ, ਉਹਨਾਂ ਨੂੰ ਸਪੈਸ਼ਲ ਟਰੈਕ ਲਿਖਾਉਣਾ, ਅੰਗੇਜ ਕਰਨਾ, ਸ਼ੂਟਿੰਗ ਕਰਨੀ, ਫਿਰ ਫਿਲਮ ਰਿਲੀਜ਼ ਹੋਣੀ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਜਦੋਂ ਆਪਾਂ ਇਸ ਤਰ੍ਹਾਂ ਇੱਕ ਦੌਰ ਦੇਖਦੇ ਹਾਂ ਤਾਂ ਸਾਡਾ ਇੱਕ ਸਿਨੇਮਾ ਪ੍ਰਾਊਡ ਆ। ਪਰ ਜਿਹੜੀ ਪਿਛਲੇ 10 ਕੁ ਸਾਲ ਵਿੱਚ ਇੱਕ ਤਬਦੀਲੀ ਹੈ, ਉਹਨੂੰ ਮੈਂ ਬਹੁਤ ਪੋਜ਼ਿਟਿਵ ਤਬਦੀਲੀ ਕਹੂੰਗਾ ਕਿ ਸਾਡੇ ਸਿਨੇਮੇ ਨੂੰ ਦਿਲਜੀਤ ਦੋਸਾਂਝ ਜੀ, ਗਿੱਪੀ ਗਰੇਵਾਲ ਜੀ, ਬਿੰਨੂ ਢਿੱਲੋਂ ਜੀ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਜੀ ਇੱਥੇ ਇੱਕ ਮੁਕਾਮ ਤੇ ਲੈ ਗਏ ਇਸ ਵੇਲੇ ਵੀ ਜਿਸ ਮੁਕਾਮ ਵਿੱਚ ਦੁਨੀਆ ਦੇ ਵਿੱਚ ਵਰਲਡ ਪੰਜਾਬੀ, ਜੇ 50 ਕਰੋੜ ਪੰਜਾਬੀ ਸਾਰੇ ਵਰਲਡ 'ਚ ਵਸਦਾ ਹੋਊਗਾ ਤਾਂ ਉਹਨਾਂ ਤੱਕ ਅਸੀਂ ਪਹੁੰਚਣ ਲੱਗ ਗਏ ਹੈਗੇ ਆ। ਰੀਚ ਬਹੁਤ ਅੱਛੀ ਹੋ ਗਈ ਆ, ਕੁਆਲਿਟੀ ਬਹੁਤ ਅੱਛੀ ਹੋ ਗਈ, ਸਿਨੇਮੈਟੋਗ੍ਰਾਫੀ ਬਹੁਤ ਅੱਛੀ ਹੋ ਗਈ ਆ, ਡਾਇਰੈਕਟਰ ਟੈਕਨੀਕਲੀ ਬਹੁਤ ਸਾਊਂਡ ਆ ਗਏ ਸਾਡੇ ਕੋਲੋਂ। ਇੰਡਸਟਰੀ ਬੰਬੇ ਦੇ ਜਿਹੜੇ ਵੱਡੇ ਡਾਇਰੈਕਟਰ ਵਾ ਉਹ ਵੀ ਜੁੜਨਾ ਚਾਹ ਰਹੇ ਪੰਜਾਬੀ ਨਾਲ। ਸੋ ਇਹ ਪੰਜਾਬੀ ਵਾਸਤੇ ਪ੍ਰਾਊਡ ਆ ਤੇ ਮਾਣ ਹੈ। ਹੋਰ ਕਿਹੜੀ ਚੀਜ਼ ਐਸੀ ਹੈ ਜੋ ਤੁਸੀਂ ਜਿੰਨੇ ਆਪਣੇ ਐਕਸਪੀਰੀਅੰਸ ਜਾਂ ਪੁਰਾਣੇ ਜਿੰਨਾ ਵੀ ਤੁਸੀਂ ਹੁਣ ਤੱਕ ਇੱਕ ਸਫ਼ਰ ਇਸ ਸਿਨੇਮਾ ਦੇ ਨਾਲ ਕੀਤਾ ਹੈ, ਤੁਹਾਨੂੰ ਕੀ ਲੱਗਦਾ ਕਿ ਐਸੀ ਕਿਹੜੀ ਚੀਜ਼ ਹੈ ਹਜੇ ਵੀ ਜਿਹੜੀ ਇੰਨਾ ਕੁਝ ਬਦਲਣ ਤੋਂ ਬਾਅਦ ਵੀ ਪੰਜਾਬੀ ਸਿਨੇਮਾ ਵਿੱਚ ਨਹੀਂ ਹੈ? ਤੇ ਅਗਰ ਆਪਾਂ ਬਾਲੀਵੁੱਡ ਜਾਂ ਸਾਊਥ ਦੇ ਸਿਨੇਮਾ ਦੀ ਗੱਲ ਕਰੀਏ ਤਾਂ ਉੱਧਰ ਉਹ ਚੀਜ਼ਾਂ ਬੈਟਰ ਹੈ ਤੇ ਉਹ ਪੰਜਾਬੀ ਸਿਨੇਮਾ ਦੇ ਵਿੱਚ ਵੀ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਐਸੀ ਕਿਹੜੀ ਚੀਜ਼ ਲੱਗਦੀ ਤੁਹਾਨੂੰ? ਉਹ ਆਪਾਂ ਇਹ ਕਹਿ ਸਕਦੇ ਕਿ ਸੰਜੀਦਗੀ ਜਾਂ ਜਿਹੜੀਆਂ ਬਹੁਤ ਭਾਵਕ ਵਿਸ਼ੇ ਹੁੰਦੇ ਆ ਉਹਨਾਂ ਤੇ ਫਿਲਮਾਂ ਘੱਟ ਬਣਦੀਆਂ, ਜਦੋਂ ਕਿ ਸਮਾਜ ਦੇ ਵਿੱਚ ਮਤਲਬ ਬੇਸਿਕਲੀ ਫਿਲਮਾਂ ਤਾਂ ਆਕਾਂਕਸ਼ਾ ਜੀ ਸਹੀ ਰੂਪ 'ਚ ਸਮਾਜ ਦਾ ਚਿੱਤਰਨ ਹੁੰਦਾ। ਸਮਾਜ ਜੋ ਵਾਪਰਿਆ ਆਪਾਂ ਉਹਨੂੰ ਫਿਲਮਾਂ 'ਚ ਦਿਖਾਉਂਦੇ ਹੈਗੇ। ਉਹਦੇ ਵਿੱਚ ਅੱਛੀਆਂ ਫਿਲਮਾਂ ਵੀ ਆਈਆਂ ਵਾ। ਮੈਂ ਗੁਰਪ੍ਰੀਤ ਘੁੱਗੀ ਦੀ ਫਿਲਮ ਸਾਨੂੰ ਮਨਜੀਤ ਸਿੰਘ, ਮੈਂ ਉਹ ਵੇਖੀ ਤੇ ਮੈਂ ਥੋੜਾ ਐਕਟ ਵੀ ਕੀਤਾ ਸੀ। ਉਹ ਸਬਜੈਕਟ ਲੈ ਕੇ ਮੈਂ ਇੰਨਾ ਪ੍ਰਭਾਵਿਤ ਹੋਇਆ। ਕਪਿਲ ਸ਼ਰਮਾ ਨੇ ਸਰ ਪ੍ਰੋਡਿਊਸ ਕੀਤੀ ਸੀ ਉਹ, ਵੀ ਉਸ ਮਜ਼ਬੂਤ ਉੱਦਾਂ ਦੀਆਂ ਫਿਲਮਾਂ ਆਉਣੀਆਂ ਚਾਹੀਦੀਆਂ। ਅਨਫੋਰਚੂਨੇਟਲੀ ਕੀ ਆ ਕਿ ਅਸੀਂ ਕਮਰਸ਼ੀਅਲ ਵਰਲਡ ਵਿੱਚ ਜੀ ਰਹੇ ਹਾਂ। ਕਈ ਵਾਰੀ ਉਹ ਜਿਹੜੀ ਹੈ ਨਾ ਮਤਲਬ ਵਪਾਰਕ ਪੱਧਰ ਤੇ ਉਹ ਜੇ ਨਹੀਂ ਕੰਮ ਕਰ ਪਾਉਂਦੀਆਂ ਤਾਂ ਡਾਇਰੈਕਟਰ ਪ੍ਰੋਡਿਊਸਰ ਓਬਵੀਅਸ ਆ ਉਹ ਥੋੜਾ ਪਿੱਛੇ ਹਟ ਜਾਂਦੇ ਆ। ਸੋ ਮੇਰੀ ਇਹ ਮਤਲਬ ਸਰੋਤਿਆਂ ਨੂੰ ਬੇਨਤੀ ਆ, ਦਰਸ਼ਕਾਂ ਨੂੰ ਬੇਨਤੀ ਵੀ ਅਸੀਂ ਜਿਹੜੇ ਅੱਛੇ ਸਬਜੈਕਟ ਹੈਗੇ ਆ ਉਹਨਾਂ ਨੂੰ ਐਪਰੀਸ਼ੀਏਟ ਕਰੀਏ, ਉਹਨਾਂ ਨੂੰ ਵੀ ਅਸੀਂ ਹਰ ਚੈਨਲ ਰਾਹੀਂ ਦੇਖੀਏ ਤਾਂ ਕਿ ਉਹ ਰਿਕਵਰੀ ਵੀ ਹੋਵੇ ਤੇ ਉਸ ਜਿਹਨੂੰ ਪੰਜਾਬੀ 'ਚ ਗੁੜ ਪਾਈਏ ਮਿੱਠਾ ਹੋਊਗਾ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਮਾਜਿਕ ਜਿਹੜਾ ਅਸੀਂ ਚਿੱਤਰਨ ਕਰਦੇ ਹਾਂ ਫਿਲਮਾਂ ਦੇ ਵਿੱਚ, ਲੇਕਿਨ ਕਿਤੇ ਨਾ ਕਿਤੇ ਹੁਣ ਜਦੋਂ ਪੰਜਾਬੀ ਸਿਨੇਮਾ ਦੀ ਗੱਲ ਆਉਂਦੀ ਹੈ, ਇੱਕ ਫੈਕਟ ਹੈ ਕਿ ਅਗਰ ਆਪਾਂ ਪੰਜਾਬ ਤੋਂ ਬਾਹਰ ਚਾਹੇ ਹਿਮਾਚਲ, ਹਰਿਆਣਾ ਕਿਤੇ ਵੀ ਗੱਲ ਕਰੀਏ, ਸਭ ਨੂੰ ਲੱਗਦਾ ਹੈ ਕਿ ਪੰਜਾਬੀ ਫਿਲਮ ਮਤਲਬ ਹਾਸਾ, ਕਾਮੇਡੀ, ਦੈਟਸ ਇਟ। ਇਸ ਤੋਂ ਇਲਾਵਾ ਅਸੀਂ ਕੱਲ੍ਹ ਵੀ ਇੱਕ ਇੰਟਰਵਿਊ ਕਰ ਰਹੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਪੰਜਾਬੀ ਸਿਨੇਮਾ ਜਾਂ ਪੰਜਾਬੀ ਐਕਟਰਸ ਜਾਂ ਪੰਜਾਬੀ ਬੰਦੇ ਆਰ ਨਾਟ ਜੋਕਰਸ, ਕਿ ਜੋਕਰਸ ਨਹੀਂ ਹੋ, ਕਿ ਜ਼ਰੂਰੀ ਨਹੀਂ ਹੈ ਕਿ ਸਾਰੀ ਪੰਜਾਬੀ ਫਿਲਮਸ ਕਾਮੇਡੀ ਹੀ ਹੋਣ। ਔਰ ਕਾਮੇਡੀ ਵੀ ਐਸੀ ਕਿ ਕਈ ਫਿਲਮਸ ਅਸੀਂ ਰੀਸੈਂਟ ਦੇਖੀਆਂ ਜਿਨ੍ਹਾਂ ਦੇ ਵਿੱਚ ਕਾਮੇਡੀ ਦੇ ਵਿੱਚ ਉਹਨਾਂ ਦਮ ਨਹੀਂ ਸੀ। ਜਿਵੇਂ ਤੁਸੀਂ ਵੀ ਕਾਮੇਡੀ ਐਕਟਰ ਹੋ, ਛਣਕਾਟਿਆਂ ਦੇ ਵਿੱਚ ਜਿੰਨੀ ਕਾਮੇਡੀ ਸੀ ਉਹ ਕਾਮੇਡੀ ਇੱਕ ਰੀਅਲਿਸਟਿਕ ਲੱਗਦੀ ਸੀ ਕਿ ਆਪਾਂ ਦੇਖਦੇ ਸੀ ਕਿ ਹਾਂ ਇਹ ਚੀਜ਼ ਅਗਰ ਗਾਲ ਵੀ ਕੱਢੀ ਅਗਰ ਉਹਦੇ ਵੀਡੀਓ ਦੇ ਵਿੱਚ ਤਾਂ ਅਸੀਂ ਕਹਿੰਦੇ ਸੀ ਹਾਂ ਯਾਰ ਇਹ ਗਾਲ ਤਾਂ ਡਿਮਾਂਡ ਹੈ। ਬਟ ਹੁਣ ਧੱਕੇ ਨਾਲ ਵੀ ਕਿਤੇ ਨਾ ਕਿਤੇ ਪੰਚ ਐਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਹੈ। ਦੇਖੋ ਆਪਣਾ ਆਕਾਂਕਸ਼ਾ ਜੀ ਤੁਹਾਡੀ ਗੱਲ ਸਹੀ ਆ ਕਿ ਫਿਲਮਾਂ ਸਾਡੀਆਂ ਜੇ ਆਪਾਂ ਹਿੱਟ ਫਿਲਮਾਂ ਨੂੰ ਗਿਣਾਂਗੇ ਤਾਂ 10 ਤੋਂ 7-8 ਜਿਹੜੀਆਂ ਉਹ ਕਾਮੇਡੀ ਹੋਣਗੀਆਂ, ਇਸ 'ਚ ਮੈਂ ਐਗਰੀ ਕਰਦਾ। ਬਟ ਇੱਕ ਰੀਸੈਂਟ ਫਿਲਮ ਆਈ ਆ ਜਿਹੜੀ ਆਪਣਾ ਜਸਵਿੰਦਰ ਭੱਲਾ ਜੀ, ਬਿੰਨੂ ਢਿੱਲੋਂ ਜੀ ਨੂੰ ਲੈ ਕੇ ਬਣੀ ਆ, ਜਿੰਨੇ ਜੰਮੇ ਸਾਰੇ ਨਿਕੰਮੇ। ਉਹ ਫਿਲਮ ਜੇ ਉਹ ਮੈਂ ਇੱਕ ਸੀਨ ਲਈ ਗਿਆ ਸੀ ਫਿਲਮ 'ਚ, ਉਹ ਫਿਲਮ ਜਦੋਂ ਕੰਪਲੀਟ ਵੇਖੀ ਨਾ ਮੈਂ ਤੇ ਮੈਨੂੰ ਉਦੋਂ ਮੀਡੀਆ ਵਾਲਿਆਂ ਨੇ ਮੇਰੇ ਕਮੈਂਟਸ ਲਏ, ਭੱਲਾ ਜੀ ਆਪਣਾ ਇੰਟਰਵਿਊ ਦੇ ਰਹੇ ਸੀ ਸੈਪਰੇਟਲੀ, ਤੇ ਮੈਂ ਇਸ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਕਿ ਇਸ ਮੂਵੀ ਵਿੱਚ ਜਸਵਿੰਦਰ ਭੱਲਾ ਜੀ ਨੇ ਸਾਬਤ ਕੀਤਾ ਕਿ ਹੀ ਇਜ਼ ਨਾਟ ਮੀਅਰ ਕਾਮੇਡੀ ਕਿੰਗ ਆਫ ਪੰਜਾਬੀ ਸਿਨੇਮਾ, ਹੀ ਇਜ਼ ਅ ਕੰਪਲੀਟ ਫਿਲਮ ਡਮ ਐਕਟਰ ਕਿੰਗ ਹੈ।
ਬਿਕੋਜ਼ ਉਸ ਫਿਲਮ 'ਚ ਜਿਹੜੇ ਭੱਲਾ ਜੀ ਨੇ ਸੀਰੀਅਸ ਰੋਲ ਇਮੋਸ਼ਨਲ ਸੀਨ ਦਿੱਤੇ, ਦਰਸ਼ਕਾਂ ਨੂੰ ਰਵਾਇਆ। ਮੈਂ ਲਾਸਟ ਸੀਨ ਤੇ ਬੈਠਾ ਸੀਟ ਤੇ, ਮੈਂ ਲੇਡੀਜ਼ ਨੂੰ ਪਿਨ ਡ੍ਰੌਪ ਸਾਇਲੈਂਸ ਰੁਮਾਲ ਨਾਲ ਅੱਖਾਂ ਪੂੰਝਦੇ ਵੇਖਿਆ ਜਦੋਂ ਭੱਲਾ ਜੀ ਸੀਮਾ ਕੌਸ਼ਲ ਜੀ ਵਾਰਤਾਲਾਪ ਕਰਦੇ ਸੀ ਦੋਨੋਂ ਬੈਠ ਕੇ। ਤਾਂ ਉੱਥੋਂ ਮੈਨੂੰ ਇੱਕ ਟਰਨ ਵੀ ਨਜ਼ਰ ਆਈ, ਮੈਨੂੰ ਲੱਗਾ ਕਿ ਸਾਡਾ ਪੰਜਾਬੀ ਸਿਨੇਮਾ ਹੁਣ ਕੰਪਲੀਟ ਸਿਨੇਮਾ ਹੋ ਰਿਹਾ। ਆਪਾਂ ਜਿਹੜੀ ਤੁਹਾਡੀ ਗੱਲ ਦਾ ਜਵਾਬ ਮੈਂ ਦੇ ਰਿਹਾ ਕਿ ਕਾਮੇਡੀ ਯੈਸ ਕਾਮੇਡੀ, ਜੇ ਕਾਮੇਡੀ ਜ਼ਰੀਏ ਵੀ ਅਸੀਂ ਹੁਣ ਬਾਗਬਾਨ ਦੇ ਵਿੱਚ ਵੀ ਸੰਦੇਸ਼ ਇਹੀ ਸੀਗਾ ਜੋ ਇਸ ਫਿਲਮ ਨੇ ਲਿਆ, ਪਰ ਬਾਗਬਾਨ ਸੰਜੀਦਾ ਫਿਲਮ ਸੀ, ਪਰ ਇੱਥੇ ਅਮਿਤਾਭ ਬੱਚਨ ਜੀ ਭੂਮਿਕਾ ਭੱਲਾ ਜੀ ਨੇ ਨਿਭਾਈ ਤੇ ਉਹਦੇ ਵਿੱਚ ਗੱਲ ਉਹੀ ਕੀਤੀ ਆ ਕਿ ਬੱਚੇ ਜਿਹੜੇ ਉਹਨਾਂ ਨੂੰ ਸੇਧ ਦੇਣੀ ਆ ਕਿ ਪੇਰੈਂਟਸ ਨੂੰ ਕਦਰ ਕਰੋ, ਤੇ ਬੜੇ ਢੰਗ ਨਾਲ ਕਹੀ ਆ। ਇੰਨਾ ਡਾਇਰੈਕਟਰ ਪ੍ਰੋਡਿਊਸਰ ਨੇ ਰਾਈਟਰ ਨੇ ਇੰਨਾ ਅੱਛਾ ਉਹਨੂੰ ਕਲਮਬੱਧ ਕੀਤਾ ਤੇ ਪੇਸ਼ ਕੀਤਾ ਕਿ ਮੈਨੂੰ ਲੱਗਾ ਕਿ ਇਦਾਂ ਦੀਆਂ ਫਿਲਮਾਂ ਜੇ ਸਾਰਥਕ ਹੋਣ ਤੇ ਅਸੀਂ ਕਾਮੇਡੀ ਜਰੀਏ ਮੈਸੇਜ ਜਿਹੜਾ ਇਫੈਕਟਿਵ ਹੈ ਨਾ ਪਹੁੰਚਾ ਪਾਉਂਦੇ ਹਾਂ। ਅਸੀਂ ਤੁਹਾਡੇ ਜਿਵੇਂ ਜਿੰਨੀ ਵੀ ਸਟਾਰਟਿੰਗ ਦੇ ਗੱਲ ਕਰ ਰਹੇ ਸੀ ਭੰਡਾ ਬਾਰੇ, ਤੁਸੀਂ ਕਹਿ ਰਹੇ ਸੀ ਕਿ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਜਾਂ ਜੋ ਵੀ ਤੁਹਾਨੂੰ ਇੱਕ ਨਾਮ ਮਿਲਿਆ ਤੁਸੀਂ ਭੰਡਾ ਦੇ ਉੱਤੋਂ ਕੀਤਾ, ਨਕਲਾਂ ਲਗਾ ਕੇ, ਤੇ ਅਸੀਂ ਕੁਝ ਮੈਂ ਲਾਈਵ ਦੇਖ ਸਕਦੀ ਹਾਂ ਕਿਉਂਕਿ ਬਹੁਤ ਸਾਲ ਪਹਿਲਾਂ ਚਨਕਾਟੇ ਦੇ ਵਿੱਚ ਦੇਖਿਆ ਤੁਹਾਨੂੰ, ਔਰ ਮੈਂ ਬਹੁਤ ਛੋਟੀ ਹੁੰਦੀ ਸੀ ਉਦੋਂ, ਮੈਨੂੰ ਸੱਚੀ ਯਾਦ ਵੀ ਨਹੀਂ ਹੈ ਕਿ ਤੁਹਾਡੇ ਕੀ ਡਾਇਲੌਗਸ ਹੋਣਗੇ ਉਹਦੇ ਵਿੱਚ, ਤੇ ਕੁਝ ਮੈਂ ਅੱਜ ਜ਼ਰੂਰ ਤੁਹਾਡੇ ਤੋਂ ਦੇਖਣਾ ਚਾਹੂੰਗੀ ਲਾਈਵ। ਭੰਡਾਂ ਦੀਆਂ ਮੈਨੂੰ ਉਸ ਵੇਲੇ ਦੀਆਂ ਇੱਕ ਦੋ ਟੋਟਕੇ ਸ਼ਾਇਦ ਯਾਦ ਆ ਜਾਣ ਕਿਉਂਕਿ ਹੁਣ ਵਿੱਚ 2 ਡਿਕੇਡ ਦੋ ਸਰ ਕੋਈ ਵੀ ਚਨਕਾਟੇ ਤੋਂ ਤੁਹਾਡਾ ਕੋਈ ਡਾਇਲੌਗ ਕੁਝ ਵੀ ਅਸੀਂ ਜ਼ਰੂਰ ਉਹਦੇ ਚ ਨਾ ਆਕਾਂਸ਼ਾ ਮੈਨੂੰ ਯਾਦ ਆ, ਜਿੱਦਾਂ ਉਹ ਭੱਲਾ ਜੀ ਕਹਿੰਦੇ ਸੀ ਵੀ ਮੇਰੇ ਹਾਈਟ ਤੇ ਵਿਅੰਗ ਕਰਦੇ ਸੀ ਵੀ ਕਹਿੰਦੇ ਜਦੋਂ ਇਹਨੂੰ ਦੇਖਣ ਵਾਲੇ ਆਏ ਨਾ ਤੇ ਉਹ ਕਹਿੰਦੇ ਵੀ ਨਾ ਸਾਨੂੰ ਮੁੰਡਾ ਚਾਹੀਦਾ ਬਹੁਤਾ ਲੰਬਾ ਤੇ ਨਾ ਚਾਹੀਦਾ ਬਹੁਤਾ ਮਧਰਾ, ਤੇ ਬਾਲੇ ਨੇ ਬੈਠਕਾਂ ਮਾਰਨੀਆਂ ਸ਼ੁਰੂ ਕਰਤੀਆਂ। ਉਹ ਕਹਿੰਦੇ ਬੈਠਕਾਂ ਕਿਉਂ ਮਾਰਦਾ, ਕਹਿੰਦਾ ਜਿਹੜਾ ਸਾਈਜ਼ ਪਸੰਦ ਆ ਉਹ ਰੱਖ ਲਓ। ਯਾਨੀ ਇਦਾਂ ਦੀ ਵਿਅੰਗ ਅਸੀਂ ਕਰਦੇ, ਇੱਕ ਦੂਜੇ ਤੇ ਵਿਅੰਗ ਅਸੀਂ ਬਹੁਤ ਲਾਏ, ਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਆਕਾਂਸ਼ਾ ਜੀ ਅਸੀਂ ਆਪਸ 'ਚ ਮਤਲਬ ਮੈਂ ਤੇ ਭੱਲਾ ਜੀ ਜਦੋਂ ਵੀ ਆਪਸ 'ਚ ਵਿਚਰਦੇ ਨਾ ਤਾਂ ਸਾਡੇ ਵਿਅੰਗ ਬੜੇ ਹੋ ਜਾਂਦੇ ਆ ਇੱਕ ਦੂਜੇ ਦੇ। ਮੈਂ ਤੁਹਾਨੂੰ ਰੀਸੈਂਟ ਦੱਸਦਾ, ਇੱਕ ਨਾ ਮੇਰੇ ਨੇਮ ਸੇਕ ਸੀਗੇ, ਉਹ ਮਿਨਿਸਟਰ ਸੀ ਪੰਜਾਬ ਗਵਰਨਮੈਂਟ 'ਚ, ਬਾਲ ਮੁਕੰਦ ਸ਼ਰਮਾ ਫਿਰੋਜ਼ਪੁਰ ਤੋਂ, ਪਿੱਛੇ ਜੇ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਪੀਜੀਆਈ ਸੀਗੇ ਤੇ ਮੀਡੀਆ ਮਾਫ ਕਰਨਾ ਅੱਜ ਕੱਲ੍ਹ ਹਾਈਪਰ ਹੈ, ਹਾਈਪਰ ਮੀਡੀਆ ਸੀਗਾ। ਉਹਨਾਂ ਨੇ ਜੀ ਉਹ ਉਹਨਾਂ ਦੇ ਬੈੱਡ ਤੇ ਪਈ ਨਾ ਫੋਟੋ ਲਾ ਕੇ ਫੇਸ ਤੋਂ ਬਗੈਰ ਸ਼ੀਟ ਪਈ ਤੇ ਉਹਦੇ 'ਚ ਇਹ ਖਬਰ ਇਹ ਛਾਪਤੀ ਕਿ ਪ੍ਰਸਿੱਧ ਹਸਤੀ ਬਾਲ ਮੁਕੰਦ ਸ਼ਰਮਾ ਦੇਹਾਂਤ ਜੀ, ਹੈ ਜੀ। ਹੁਣ ਉਹ ਭੱਲਾ ਜੀ ਨੂੰ ਫੋਨ ਕਾਲ, ਮੈਨੂੰ ਫੋਨ ਕਾਲ ਬਾਹਰੋਂ ਆਉਣ ਲੱਗ ਗਈਆਂ ਕਿਉਂਕਿ ਉਹ ਨਾਮ ਜੀ ਸੇਮ ਸੀਗਾ, ਤੇ ਉਸ 'ਚੋਂ ਵਿਅੰਗ ਹੁਣ ਭੱਲਾ ਜੀ ਦਾ ਦੇਖੋ, ਕ੍ਰੀਏਟਿਵਿਟੀ ਉਹਦਾ ਮਾਈਂਡ ਦੇਖੋ। ਸਾਡੇ ਇੱਕ ਦੋਸਤ ਨੇ ਇੰਗਲੈਂਡ, ਕਾਮਨ ਫਰੈਂਡ ਆ, ਮੇਰੇ ਪਿੰਡੋਂ ਹੀ ਆ ਮੁੰਡਾ, ਤੇ ਉਹ ਭੱਲਾ ਜੀ ਦਾ ਵੀ ਬਹੁਤ ਅੱਛਾ ਫਰੈਂਡ ਆ। ਉਹਨੇ ਨਾ ਮੈਨੂੰ ਤਾਂ ਫੋਨ ਨਹੀਂ ਕੀਤਾ, ਭੱਲਾ ਜੀ ਨੂੰ ਫੋਨ ਕੀਤਾ। ਭੱਲਾ ਜੀ ਡਰਦੇ ਜੇ ਬੰਦਾ ਡਰਦਾ ਨਹੀਂ, ਉਹ ਖਬਰ ਸਹੀ ਆ? ਉਹ ਭਾਜੀ ਮੈਂ ਕਨਫਰਮ ਕਰਨਾ ਸੀਗਾ ਬਾਲ ਮੁਕੰਦ ਪੂਰਾ ਹੋ ਗਿਆ? ਕਹਿੰਦੇ ਉਹ ਤਾਂ ਅੱਧਾ ਵੀ ਨਹੀਂ ਹੋਇਆ ਜੇ। ਮਤਲਬ ਮੈਨੂੰ ਲੱਗਾ ਕਿ ਹੁਣ ਮੇਰੀ ਹਾਈਟ ਤੇ ਵਿਅੰਗ ਕਹਿ ਲਓ, ਮੇਰੀ ਇਹ ਕਹਿ ਲਓ ਵੀ ਮੈਂ ਹਜੇ ਰਿਟਾਇਰ ਹੋਇਆ ਵਾਂ, ਮੈਂ ਅੱਧੀ ਲਾਈਫ ਹਜੇ ਹੋਰ ਜੀਣੀ ਆ, ਵਟਐਵਰ, ਇੰਨਾ ਅੱਛਾ ਵਿਅੰਗ ਕਹਿੰਦੇ ਤਾਂ ਅੱਧਾ ਵੀ ਨਹੀਂ ਹੋਇਆ ਜੀ। ਮਤਲਬ ਦਿਸ ਇਜ਼ ਕਾਲਡ ਰੀਅਲ ਕਾਮੇਡੀ ਜੀ। ਅੱਛਾ ਇਹ ਚੀਜ਼ ਨਾ ਬਲੈਸਿੰਗ ਆ, ਬਿਲਕੁਲ, ਇਹ ਤੁਸੀਂ ਮਤਲਬ ਘੜ ਨਹੀਂ ਸਕਦੇ ਕਿਉਂਕਿ ਜਦੋਂ ਤੁਸੀਂ ਨਾ ਵਿਦਆਊਟ ਸਕ੍ਰਿਪਟ ਕਾਮੇਡੀ ਕਰਦੇ ਆ। ਮੇਰੇ ਇੱਦਾਂ ਯਾਦ ਆ ਗਿਆ ਆਕਾਂਸ਼ਾ ਜੀ, ਅਸੀਂ ਨਾ 92 ਤੋਂ 2005 ਤੱਕ ਨਾ ਬੜਾ ਕੈਨੇਡਾ ਅਮਰੀਕਾ 'ਚ ਹਰ ਸਾਲ ਵਿਸਾਖੀ ਲੋਹੜੀ ਸ਼ੋਅ ਲਾਉਂਦੇ ਆ। ਜੀ ਬਿਲਕੁਲ। ਉੱਥੇ ਸ਼ਾਇਦ ਐਡਮਿੰਟਨ ਜਾਂ ਵੈਨਕੂਵਰ ਦੀ ਗੱਲ ਹੋਏਗੀ, ਹਾਂ, ਉੱਥੇ ਨਾ ਸਾਨੂੰ ਮੌਕਾ ਮਿਲਿਆ ਕਿ ਜਿਹੜੇ ਸਾਡੇ ਪ੍ਰਮੋਟਰ ਸੀ ਨਾ ਉਹ ਸਾਨੂੰ ਰੇਡੀਓ ਸਟੇਸ਼ਨ ਤੇ ਲੈ ਜਾਂਦੇ ਉੱਥੇ ਵੀ ਸ਼ੋਅ ਨੂੰ ਗਰਮ ਕਰੋ ਨਾ, ਪ੍ਰਮੋਸ਼ਨ ਕਰੋ ਵੀ ਅਸੀਂ ਆ ਗਏ ਆ, ਤਾਂ ਕਿ ਜਿਹੜੇ ਦਰਸ਼ਕ ਟਿਕਟ ਬਾਏ ਕਰ ਸਕਣ ਵੀ ਕਲਾਕਾਰ ਆ ਗਏ ਆ। ਉਹ ਲਾਈਵ ਕਾਲ ਖੋਲ੍ਹਤੀਆਂ ਉਹਨਾਂ ਨੇ 2-3-4 ਘੰਟੇ ਕਲਾਕਾਰਾਂ ਨੂੰ। ਹੁਣ ਸਾਡੇ ਗਰੁੱਪ ਵਿੱਚ ਮਤਲਬ ਉਸ ਵੇਲੇ ਹੰਸਰਾਜ ਹੰਸੀ, ਸਰਦੂਲ ਸਿਕੰਦਰ ਜੀ, ਹਰਦੀਪ, ਕਾਫੀ ਵੱਡਾ ਗਰੁੱਪ ਸੀ। ਤੇ ਇੱਕ ਨਾ ਕਾਲ ਆਈ, ਲੜਕੀ ਸੀ ਕਲੋਨੇ ਤੋਂ, ਅਸੀਂ ਵੈਨਕੂਵਰ ਸੀਗੇ, ਤੇ ਉਹ ਲੜਕੀ ਜਿਹੜੀ ਕਾਲ ਕਰਦੀ ਸੀਗੀ, ਲਾਈਵ ਸ਼ੋਅ ਸੀਗਾ, ਉਹਨੇ ਕਿਹਾ ਵੀ ਮੇਰੀ ਕਮਲਜੀਤ ਨੀਰੂ ਨਾਲ ਗੱਲ ਕਰਾਓ। ਕਮਲਜੀਤ ਨੀਰੂ ਬਹੁਤ ਵੱਡੇ ਸਿੰਗਰ ਆ। ਉਹ ਲੜਕੀ ਕਹਿੰਦੀ ਨੀਰੂ ਜੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਗਾਉਂਦੇ ਹੁੰਦੇ ਆ, ਤੁਹਾਡੇ ਨਾ 2 ਡਿੰਪਲ ਬਣਦੇ ਆ ਗੱਲਾਂ ਤੇ, ਉਹ ਮੈਨੂੰ ਬਹੁਤ ਸੋਹਣੇ ਲੱਗਦੇ ਆ। ਹੁਣ ਭੱਲਾ ਜੀ ਨੇ ਮਾਈਕ ਖੋਲਿਆ, ਇਸ ਤੋਂ ਪਹਿਲਾਂ ਕਿ ਨੀਰੂ ਜਵਾਬ ਦੇਵੇ, ਭੱਲਾ ਜੀ ਕੁੜੀ ਨੂੰ ਕਹਿੰਦੇ ਕੁੜੀਏ ਜਿਹੜੀਆਂ ਗੱਲਾਂ ਅਸੀਂ ਨੀਰੂ ਨੂੰ ਤੂੰ ਕਹੀ ਜਾਂਦੀ ਆ। ਯਾਨੀ ਮਤਲਬ ਕੋਈ ਸਕ੍ਰਿਪਟ ਨਹੀਂ ਸੀ, ਇੱਕਦਮ ਵਿਅੰਗ ਕਰਤਾ ਨਾ, ਤੇ ਉਹ ਗੱਲ ਵਧੀ ਗਈ। ਗੱਲ ਵੱਧਦੇ ਵੱਧ ਇੱਥੇ ਪਹੁੰਚ ਗਈ ਵੀ ਉਹ ਕੁੜੀ ਨੀਰੂ ਕਹਿੰਦੀ ਵੀ ਸਾਡਾ ਸ਼ੋਅ ਦੇਖਣ ਆ ਰਹੇ ਹੋ? ਉਹ ਕਹਿੰਦੀ ਭੈਣ ਜੀ ਮੇਰਾ ਦਿਲ ਬਹੁਤ ਕਰਦਾ ਵੀ ਮੈਂ 3 ਆਵਰ ਡਰਾਈਵ ਆ, ਮੇਰਾ ਬੇਬੀ ਛੋਟਾ ਵਾ, 2 ਮਹੀਨੇ ਦੀ ਮੇਰੀ ਬੇਟੀ ਆ, ਤੇ ਮੈਂ ਫਿਰ ਬੇਬੀ ਸੰਭਾਲਣਾ, ਮੇਰੇ ਕੋਲ ਆ ਨਹੀਂ ਹੋਣਾ। ਤੇ ਨੀਰੂ ਕਹਿੰਦੀ ਆ ਵੀ ਤੁਸੀਂ ਬੱਚੇ ਨੂੰ ਨਾਲ ਲੈ ਆਓ, ਬੱਚਾ ਤੁਹਾਡਾ ਮੈਂ ਸੰਭਾਲ ਲੂੰਗੀ ਤੇ ਤੁਸੀਂ ਸ਼ੋਅ ਦੇਖ ਲਿਓ। ਉਹ ਹੁਣ ਲਾਈਵ ਸ਼ੋਅ ਚੱਲ ਰਿਹਾ ਵਾ, ਇੱਕ ਟਾਕਰ ਦੀ ਗੱਲ ਹੋ ਰਹੀ ਆ, ਨਸ਼ਰ ਹੋ ਰਹੀ ਆ। ਉਹ ਬੱਚੀ ਕਹਿੰਦੀ ਵੀ ਨੀਰੂ ਭੈਣ ਜੀ ਤੁਸੀਂ ਸ਼ੋਅ ਪਰਫਾਰਮ ਕਰੋਗੇ, ਮੇਰਾ ਬੱਚਾ ਸੰਭਾਲੋਗੇ? ਨੀਰੂ ਕਹਿੰਦੀ ਮੈਂ ਤਾਂ ਅੱਧਾ ਘੰਟਾ ਹੀ ਗਾਉਣਾ ਵਾ, ਬਾਕੀ 2.5 ਘੰਟੇ ਤਾਂ ਇੰਨੇ ਸਾਡੇ ਕਲਾਕਾਰ ਆ, ਭੱਲਾ ਜੀ, ਸ਼ਰਮਾ ਜੀ, ਸਰਦੂਲ ਸਿਕੰਦਰ ਜੀ, ਹੰਸ ਜੀ, ਮੇਰੀ ਤਾਂ ਵਾਰੀ ਅੱਧਾ ਘੰਟਾ ਆਉਣੀ ਆ, ਤੇ 2.5 ਘੰਟੇ ਬੱਚਾ ਤੁਹਾਡਾ ਸੰਭਾਲ ਲੂੰਗਾ ਮੈਂ। ਤੇ ਭੱਲਾ ਜੀ ਕਹਿੰਦੇ ਮਾਈਕ ਖੋ ਕੇ ਨੀਰੂ ਦਾ ਕਹਿੰਦੇ ਹਾਂਜੀ ਭੈਣ ਜੀ
ਤੁਹਾਡੇ ਬੱਚੇ ਨੇ ਆਪਣਾ ਕੰਮ ਕਰਦਾ ਨੀਰੂ ਜੀ ਦੇ ਸੂਟ ਦੇ ਉੱਪਰ, ਫਿਰ ਨੀਰੂ ਜੀ ਕਹਿੰਦੇ ਨੈਚੁਰਲ ਗਾਉਣਗੇ, ਭਿੱਜ ਗਈ ਕੁਰਤੀ ਲਾਲ ਗਿੱਧੇ ਵਿੱਚ ਨੱਚਦੀ ਸੀ। ਯਾਨੀ ਕਾਮੇਡੀ ਕਿੱਥੇ ਲੈ ਗਏ, ਕੋਈ ਸਕ੍ਰਿਪਟ ਥੋੜਾ ਵੀ ਉਹ ਬੱਚਾ ਸੁਸੂ ਕਰ ਦੂਗਾ ਤੇ ਸੂਟ ਗਿੱਲਾ ਹੋ ਜਾਊਗਾ। ਸੋ ਮੈਂ ਇਦਾਂ ਦੀ ਹਾਈਟ ਉਹਨਾਂ ਦੀ ਭੱਲਾ ਜੀ ਦੀ ਕਮੇਡੀ ਦੇਖ ਕੇ ਪ੍ਰਭਾਵਿਤ ਹੋਇਆ ਕਿ ਸਕ੍ਰਿਪਟ ਤੋਂ ਬਗੈਰ ਕਮੇਡੀ ਕਰਨੀ ਇਜ਼ ਵੈਰੀ ਡਿਫਰੈਂਟ। ਤੇ ਤੁਹਾਨੂੰ ਕਿਤੇ ਨਾ ਕਿਤੇ ਲੱਗ ਹੁੰਦੇ ਤੁਸੀਂ ਜਦੋਂ ਐਕਟਰਸ ਦੇਖਦੇ ਹੋ ਜਾਂ ਕਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਸ਼ਾਇਦ ਇਹ ਐਕਟਰਸ ਜਾਂ ਸਾਡੇ ਜ਼ਮਾਨੇ ਦੇ ਵਿੱਚ ਐਕਟਰਸ ਜਾਂ ਕੁਝ ਕੰਪੈਰੀਜ਼ਨ ਆਪਣੇ ਦਿਮਾਗ ਦੇ ਵਿੱਚ ਚੱਲਦਾ ਹੋਵੇ ਕਿ ਤੁਹਾਨੂੰ ਉਦੋਂ ਦੇ ਜ਼ਮਾਨੇ ਦੇ ਐਕਟਰਸ ਜਾਂ ਕਲਾਕਾਰ ਵਧੀਆ ਲੱਗਦੇ ਸੀ ਕਿ ਹੁਣ ਵਧੀਆ ਲੱਗਦੇ? ਕਿਉਂਕਿ ਕਿਤੇ ਨਾ ਕਿਤੇ ਇੱਕ ਫੈਕਟ ਹੈ ਸਰ ਕਿ ਅੱਜ ਕੱਲ੍ਹ ਸਿਰਫ ਇੱਕ ਭੇਡ ਚਾਲ ਹੋ ਗਈ ਹੈ ਕਿ ਮੈਂ ਵੀ ਫੇਮਸ ਹੋਣਾ, ਮੈਂ ਵੀ ਫੇਮਸ ਹੋਣਾ, ਔਰ ਮੈਜੋਰਿਟੀ ਪੀਪਲ ਐਸੇ ਹੈ ਜਿਹੜੇ ਤੁੱਕਾ ਲਾ ਕੇ ਆਏ ਹੋਏ ਆ ਇੰਡਸਟਰੀ ਦੇ ਵਿੱਚ। ਦੇਖੋ ਸ਼ਾਰਟਕਟ ਹਮੇਸ਼ਾ ਨਾ ਚੱਲਦੇ ਨਹੀਂ, ਨੋ ਡਾਊਟ ਪੀਪਲ ਮੇਕ ਸ਼ਾਰਟਕਟਸ, ਬਟ ਜਿਹੜੀ ਮੈਂ ਦੇਖਿਆ ਤੁਹਾਡੇ ਅੰਦਰ ਸਹੀ ਕਲਾ ਹੈਗੀ ਨਾ ਉਹ ਉੱਭਰ ਕੇ ਸਾਹਮਣੇ ਆਵੇ ਤਾਂ ਉਹ ਲੌਂਗ ਸਟੇ ਕਰਦੇ। ਮੈਂ ਇਹ 'ਚ ਐਗਜ਼ਾਮਪਲ ਦੇਣਾ ਇਸ ਵਿਸ਼ੇ ਤੇ ਕਿ ਅਸੀਂ ਆਤਿਸ਼ਬਾਜ਼ੀ ਫੌਜ ਢੜੀ ਨਹੀਂ ਬਣਨਾ, ਸਾਨੂੰ ਇੱਕ ਪਰਮਾਨੈਂਟ ਸਟੇ ਕਰਨ ਵਾਸਤੇ ਮੈਂ ਹਮੇਸ਼ਾ ਐਗਜ਼ਾਮਪਲ ਦੇਣਾ ਗੁਰਦਾਸ ਮਾਨ ਜੀ ਦੀ, ਕਿਉਂਕਿ ਲੈਜੈਂਡ ਕੌਣ ਹੁੰਦੇ ਆ। ਉਸ ਤੋਂ ਬਾਅਦ ਮੇਹਰ ਮਿੱਤਲ ਜੀ, ਅੱਜ ਦੀ ਯੁੱਗ 'ਚ ਜਸਵਿੰਦਰ ਭੱਲਾ ਜੀ, ਇਹ ਲੈਜੈਂਡ ਨੇ ਬਿਕੋਜ਼ ਜਦੋਂ ਤੁਸੀਂ ਨਾ ਲੰਬਾ ਸਮਾਂ ਖੇਡਦੇ ਆ ਤਾਂ ਤੁਹਾਨੂੰ ਆਪਣੀ ਕੰਪੀਟੀਸ਼ਨ ਫੇਸ ਕਰਨਾ ਪੈਂਦਾ ਇੱਕ ਪ੍ਰੋਡਕਟ ਤੋਂ ਦੂਜੇ ਤੀਜੇ ਚੌਥੇ ਨਾਲ। ਛਿਨਗਾਟਾ ਬਣਦਾ ਸੀ ਨਾ, ਛਿਨਗਾਟਾ ਅਗਲਾ ਭੱਲਾ ਜੀ ਨੇ 2-2 ਮਹੀਨੇ ਸਕ੍ਰਿਪਟ ਤੇ ਕੰਮ ਕਰਨਾ, ਫਿਰ ਅਸੀਂ ਸ਼ੂਟਿੰਗ 10 ਦਿਨ ਕਰਨੀ, ਫਿਰ 1.5 ਮਹੀਨਾ ਰਾਤ ਨੂੰ ਜਾਗ ਕੇ ਐਡੀਟਿੰਗ ਕਰਨੀ ਇੱਕ ਸੈਕਿੰਡ ਦੀ ਕਿ ਸਾਡਾ ਲੋਕੀ ਵੇਖ ਰਹੇ ਆ, ਪਹਿਲੇ ਤੋਂ ਬੈਟਰ ਹੋਣਾ ਚਾਹੀਦਾ। ਉਹ ਸੈਲਫ ਕੰਪੀਟੀਸ਼ਨ ਹੈ ਨਾ ਜੀ, ਦੈਟ ਮੇਕਸ ਯੂ ਪਰਫੈਕਟ। ਜਿਵੇਂ ਤੁਸੀਂ ਹੁਣੇ ਵੀ ਗੁਰਦਾਸ ਮਾਨ ਸਰ ਦਾ ਨਾਮ ਲਿੱਤਾ ਔਰ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਤੁਸੀਂ ਉਹਨਾਂ ਨਾਲ ਕੰਮ ਕੀਤਾ ਹੈ, ਤੁਸੀਂ ਉਹਨਾਂ ਦਾ ਇੱਕ ਦੌਰ ਅਸੀਂ ਪਾਸ਼ਕ ਬਹੁਤ ਵੱਡੇ ਹੁੰਦੇ ਐਗਜ਼ੈਕਟਲੀ। ਲੇਕਿਨ ਹੁਣ ਅਗਰ ਕਿਤੇ ਨਾ ਕਿਤੇ ਦੇਖੀਏ ਤਾਂ ਪੰਜਾਬ ਦੇ ਵਿੱਚ ਜੋ ਵੀ ਚੱਲ ਰਿਹਾ ਮਾਹੌਲ, ਗੁਰਦਾਸ ਮਾਨ ਸਰ ਨੂੰ ਕਿਤੇ ਨਾ ਕਿਤੇ ਥੋੜਾ ਕੁਝ ਲੋਕਾਂ ਤੋਂ ਹੇਟਡ ਦਾ ਸਾਹਮਣਾ ਕਰਨਾ ਪੈ ਰਿਹਾ। ਅਨਫੋਰਚੂਨੇਟ ਆ ਆਕਾਂक्षा ਜੀ, ਐਨੇ ਰਿਸਪੈਕਟਡ ਸਿੰਗਰ ਆ, ਪੰਜਾਬੀ ਬੋਲੀ ਦੀ ਜਿਹੜੀ ਉਹ ਸੇਵਾ ਕਰ ਰਿਹਾ ਕੋਈ ਕਲਾਕਾਰ ਕਰ ਹੀ ਨਹੀਂ ਸਕਦਾ, ਤੇ ਅਸੀਂ ਉਹਨਾਂ ਦੇ ਕਮੈਂਟਸ ਨੂੰ ਮਿਸ ਇੰਟਰਪ੍ਰੀਟ ਕਰਕੇ ਜਦੋਂ ਵਿਵਾਦ ਖੜਾ ਕਰਦੇ ਆ ਤਾਂ ਮੰਦਭਾਗਾ, ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਹੰਸਰਾਜ ਹੰਸ ਜੀ ਨਾਲ ਵੀ ਕੰਮ ਕੀਤਾ, ਲੇਕਿਨ ਜਦੋਂ ਤੋਂ ਉਹਨਾਂ ਨੇ ਲਾਈਕ ਪੋਲਿਟਿਕਸ ਨਾਲ ਜੁੜੇ ਜਾਂ ਅਗਰ ਆਪਾਂ ਉਹਨਾਂ ਦੀ ਇੰਟਰਵਿਊ ਵੀ ਕਰਦੇ ਹਾਂ, ਤੁਸੀਂ ਉਹ ਸੇਮ ਚੀਜ਼ ਉਹਨਾਂ ਨਾਲ ਵੀ ਤਾਂ ਕਿਤੇ ਨਾ ਕਿਤੇ ਹੋਈ ਹੈ। ਔਰ ਪੰਜਾਬੀ ਮਿਊਜ਼ਿਕ ਦੀ ਗੱਲ ਕਰੀਏ ਤਾਂ ਪੰਜਾਬੀ ਮਿਊਜ਼ਿਕ ਲਈ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਹੈ। ਦੇਖੋ ਪਤਾ ਕੀ ਹੁੰਦਾ, ਜਦੋਂ ਅਸੀਂ ਮੈਂ ਤੇ ਭੱਲਾ ਜੀ ਆਫ ਕੈਮਰਾ ਗੱਲ ਕਰਦੇ ਹੁੰਦੇ ਅਕਸਰ ਕਿ ਜਦੋਂ ਵੀ ਕੋਈ ਕਲਾਕਾਰ ਬਹੁਤ ਵੱਡਾ ਨਾਮ ਕਮਾ ਕੇ ਕੋਈ ਵੀ ਸਿਆਸੀ ਪਾਰਟੀ ਜੁਆਇਨ ਕਰਦਾ ਹੈ ਤਾਂ ਹਰ ਬੰਦੇ ਇੰਡੀਵਿਜੂਅਲ ਫੈਸਲਾ ਹੈ ਆਕਾਂक्षा ਜੀ, ਅਗਲੇ ਨੂੰ ਆਫਰ ਹੋ ਰਹੀ ਆ, ਅਗਲੇ ਨੂੰ ਬੈਟਰ ਫਿਊਚਰ ਲੱਗਦਾ, ਪਰ ਸਾਡੀ ਭਾਵਨਾ 'ਚ ਇਸ ਇਸ਼ੂ ਤੇ ਹੈਗੀ ਆ ਕਿ ਕਲਾਕਾਰ ਜਦੋਂ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰਨ ਦਾ ਫੈਸਲਾ ਲੈਂਦਾ ਤਾਂ ਉਹ ਜੇ 2 ਹਿੱਸੇ ਕਮਾਉਂਦਾ ਨਾ 8 ਹਿੱਸੇ ਗਵਾਉਂਦਾ। ਗਵਾਉਂਦਾ ਕਿੱਦਾਂ ਕਿ ਉਹ ਇੱਕ ਪਾਰਟੀ ਜੁਆਇਨ ਕਰੂ ਨਾ, ਜਿਹੜੇ ਬਾਕੀ 4-5 ਪਾਰਟੀਆਂ ਉਹਨਾਂ ਦੇ ਜਿਹੜੇ ਫੈਨ ਫੋਲੋਇੰਗ ਜਾਂ ਉਸ ਪਾਰਟੀ ਦੇ ਜਿਹੜੇ ਲੋਕ ਆ ਉਹ ਮਾਈਨਸ ਇਮੀਡੀਏਟ ਹੋ ਜਾਣਗੇ। ਤਾਂ ਮੈਨੂੰ ਲੱਗਦਾ ਕਿ ਸਮੁੱਚੇ ਰੂਪ 'ਚ ਕਲਾਕਾਰ ਆਪਣਾ ਨੁਕਸਾਨ ਉਠਾਉਂਦਾ ਦੇਣ ਫਾਇਦੇ ਨੂੰ। ਸਾਡੀ ਭਾਵਨਾ ਵੀ ਮੇ ਵੀ ਰੋਂਗ, ਪਰ ਸਾਨੂੰ ਲੱਗਦਾ ਕਿ ਨਹੀਂ, ਜੇ ਤੁਸੀਂ ਕਲਾਕਾਰ ਦੇ ਵਿੱਚ ਹੋਰ ਅੱਗੇ ਕੰਮ ਕਰਨਾ ਵਾ ਤਾਂ ਪੋਲੀਟੀਕਲ ਜੁਆਇਨ ਕਰਨਾ ਫੈਸਲਾ ਬਹੁਤ ਹੀ ਕੈਂਬਲ ਹੋ ਸਕਦਾ। ਅੱਛਾ ਸਰ ਦੇ ਮੇਰੇ ਵਿੱਚ ਨਾ ਇੱਕ ਚੀਜ਼ ਬੜੀ ਕਾਮਨ ਹੈ ਕਿ ਮੇਰਾ ਹੋਮ ਲੁਧਿਆਣਾ ਹੈ ਤੇ ਸਰ ਦਾ ਸੈਕਿੰਡ ਹੋਮ ਲੁਧਿਆਣਾ ਹੈ। ਜਾਂ ਮੈਂ ਪੀਏਯੂ ਲੁਧਿਆਣਾ ਪੜ੍ਹਿਆ ਜੀ, ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਦੋਂ ਤੁਸੀਂ ਜਿਵੇਂ ਇੱਕ ਉੱਥੇ ਖੁਦ ਪੜ੍ਹੇ, ਹੁਣ ਤੁਸੀਂ ਉੱਥੇ ਪੜ੍ਹਾਇਆ ਵੀ, ਉੱਥੇ ਕਿੰਨਾ ਕੁਝ ਇੱਕ ਸਫ਼ਰ ਪੜ੍ਹਾਇਆ ਤਾਂ ਨਹੀਂ ਮੈਂ ਉੱਥੇ, ਮਤਲਬ ਇੱਕ ਬੱਚਾ ਨੂੰ ਤੁਸੀਂ ਕਿਤੇ ਨਾ ਕਿਤੇ ਟ੍ਰੇਨ ਵੀ ਕੀਤਾ। ਐਗਜ਼ੈਕਟਲੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੁਹਾਡੀ ਇੱਕ ਲਾਈਫ ਦਾ ਇੱਕ ਅਟੁੱਟ ਹਿੱਸਾ ਬਣ ਚੁੱਕੀ ਹੈ ਔਰ ਜਸਵਿੰਦਰ ਸਰ ਦਾ ਵੀ। ਸੋ ਉਸ ਯੂਨੀਵਰਸਿਟੀ ਨਾਲ ਕਿਹੜੀਆਂ ਸੀ ਯਾਦਾਂ ਨੇ, ਅਗਰ ਆਪਾਂ ਉਸ ਦੌਰ ਦੀ ਗੱਲ ਕਰੀਏ ਜਦੋਂ ਤੁਸੀਂ ਉੱਥੇ ਪਰਫਾਰਮਰ ਹੁੰਦੇ ਸੀ ਜਾਂ ਖੁਦ ਇੱਕ ਸਟੂਡੈਂਟ ਹੁੰਦੇ ਸੀ, ਜਿਹੜੀਆਂ ਅੱਜ ਵੀ ਤੁਹਾਨੂੰ ਹਸਾਉਂਦੀਆਂ ਨੇ? ਸਭ ਤੋਂ ਵੱਡੀ ਯਾਦ ਤਾਂ ਇਹ ਆ ਕਿ ਮੇਰੇ ਵਾਈਫ ਪੀਏਯੂ ਤੋਂ ਜੋ ਤੁਹਾਡੇ ਨਾਲ ਹੀ ਹੈ, she was doing MSc, she was 4 junior to us। ਭੱਲਾ ਜੀ ਤੇ ਮੈਂ ਐਵੇਂ ਸ਼ਰਾਰਤਾਂ ਕਰਦੇ ਮੋਟਰਸਾਈਕਲ ਤੇ ਘੁੰਮ ਰਹੇ ਸੀਗੇ ਜਦੋਂ ਉਹ ਕੰਚਨ ਜੀ ਤੇ ਉਹਦੀ ਫਰੈਂਡ ਆਈ। ਗੇੜੀਆਂ ਤੁਸੀਂ ਵੀ ਮਾਰੀਆਂ ਨੇ ਫਿਰ? ਗੇੜੀਆਂ ਮਾਰ ਰਹੇ ਸੀਗੇ ਤੇ ਉੱਥੇ ਜਦੋਂ ਅਸੀਂ ਉੱਥੇ ਮੋਟਰਸਾਈਕਲ ਸਟਾਪ ਕੀਤਾ ਸਟੂਡੈਂਟ ਹੋਮ ਦੇ ਅੱਗੇ ਤਾਂ ਉੱਥੇ ਕੰਚਨ ਜੀ ਤੇ ਇਹਨਾਂ ਦੀ ਫਰੈਂਡ ਰਜਨੀਤ ਤੇ ਦੋਨੋਂ ਆਈਆਂ। ਤਾਂ ਇਹਨਾਂ ਦੀ ਕੰਚਨ ਦੀ ਫਰੈਂਡ ਨੇ ਜਸਵਿੰਦਰ ਜੀ ਨੂੰ ਕਿਹਾ ਵੀ ਤੁਸੀਂ ਹੁਣ ਡਿਗਰੀਆਂ ਕਰ ਲਈਆਂ, ਜੌਬਸ ਕਰਦੇ ਪਏ, ਹੁਣ ਯੂਨੀਵਰਸਿਟੀ ਕੀ ਘੁੰਮਦੇ ਆ? ਤੇ ਸਵੈਕੇ ਮੂੰਹ ਨਿਕਲ ਗਿਆ ਵਿਆਹ ਨਹੀਂ ਕਰਾਉਣਾ। ਵੈਸੇ ਸਵੈਕੇ ਤਾਂ ਉਦੋਂ ਫਿਰ ਭੱਲਾ ਜੀ ਕਹਿੰਦੇ ਯਾਰ ਵੀ ਲੜਕੀ ਤਾਂ ਪੰਡਤਾਂ ਦੀ ਆ, ਕੰਚਨ ਸ਼ਰਮਾ, ਤੇ ਆਪਾਂ ਕੋਈ ਆਈਡੀਆ ਮਾੜਾ ਨਹੀਂ, ਆਪਾਂ ਆਫਰ ਦੇ ਕੇ ਦੇਖ ਲਈਏ, ਪ੍ਰਪੋਜ਼ਲ ਦੇ ਕੇ ਦੇਖ ਲਈਏ। ਸੋ ਦਿਸ ਇਜ਼ ਹਾਊ ਮਾਈ ਲਾਈਫ ਬਿਗਨ। ਅੱਛਾ, ਵਾਓ, ਆਈ ਐਮ ਲੱਕੀ ਟੂ ਹੈਵ ਕੰਚਨ ਐਜ਼ ਮਾਈ ਵਾਈਫ। ਹੁਣ ਮੈਂ ਇੰਟਰਸਟਿਡ ਹੋ ਗਈ ਹੋਰ ਫਿਰ ਕਿੱਦਾਂ ਉਹ ਲਵ ਸਟੋਰੀ ਸਟਾਰਟ ਹੋਈ, ਕਿੱਦਾਂ ਕਰੇ ਗੱਲ ਹੋਈ, ਕਿ ਕਿੱਦਾਂ ਸਬਬ ਬਣਿਆ? ਦੇਖੋ ਸ਼ੁਰੂਆਤ ਤਾਂ ਮੈਂ ਸੁਣਾ ਦਿੱਤੀ, ਜੀ ਪ੍ਰਪੋਜ਼ਲ ਦਿੱਤਾ ਤੇ ਕੰਚਨ ਅਵਰਸ ਨਹੀਂ ਸੀਗੇ, ਬਟ ਸ਼ੀ ਹੈਡ ਸਮ ਕੰਪਲਸ਼ਨਸ। ਉਹਨਾਂ ਦੇ ਪਰਿਵਾਰ ਦੇ ਵਿੱਚ
ਕੁਝ ਉਹਨਾਂ ਦੇ ਵੱਡੇ ਸਿਸਟਰਸ ਇੱਕ ਅਨਮੈਰਿਡ ਸੀ, ਇੱਕ ਇਹਨਾਂ ਦਾ ਕੋਈ ਮੈਟਰੀਮੋਨੀਅਲ ਇਸ਼ੂ ਚੱਲ ਰਿਹਾ ਸੀਗਾ ਤੇ ਉਹ ਥੋੜਾ ਜਿਹਾ ਟਾਈਮ ਗੈਪ ਚਾਹ ਰਹੇ ਸੀਗੇ। 2-3 ਸਾਲ ਲੱਗ ਵੀ ਗਏ। 87 'ਚ ਗੱਲ ਸ਼ੁਰੂ ਹੁੰਦੇ 89 'ਚ ਜਾ ਕੇ ਮੈਚੁਰ ਹੋਈ ਤੇ ਪਰ ਉਹਦੇ ਵਿੱਚ ਕਿਉਂਕਿ ਅਸੀਂ ਸਮਝਣ ਦਾ ਮੌਕਾ ਮਿਲਦਾ ਰਿਹਾ ਇੱਕ ਦੂਜੇ ਨੂੰ ਜੀ, ਪਲੱਸ ਮੈਂ ਤਾਂ ਆਪਣੇ ਪਰਿਵਾਰ 'ਚ ਇਮੀਡੀਏਟਲੀ ਗੱਲ ਓਪਨ ਕਰਤੀ ਜੀ ਤੇ ਮੈਂ ਲੱਕੀ ਸੀਗਾ ਕਿ ਪਰਿਵਾਰ ਨੇ ਬਹੁਤ ਰਾਊਜ਼ਿੰਗ ਵੈਲਕਮ ਦਿੱਤਾ ਕਿਉਂਕਿ ਜਨਮੇਜਾ ਜੌਲ ਇੱਕ ਪੰਜਾਬ ਦਾ ਬਹੁਤ ਵੱਡਾ ਨਾਮ ਆ। ਜਨਮੇਜਾ ਜੌਲ ਜੀ ਨੇ ਕੰਚਨ ਹੋਰਾਂ ਦੀ ਇੱਕ ਫੁਲਕਾਰੀ ਵਾਲੀ ਚਰਖਾ ਕੱਤਦਿਆਂ ਦੀ ਫੋਟੋ ਅਜੀਤ ਦੇ ਫਰੰਟ ਪੇਜ ਤੇ ਛਾਪੀ। ਅੱਛਾ। ਤੇ ਉਹ ਹੁਣ ਮੈਂ ਪਿੰਡ ਦਾ ਰਹਿਣ ਵਾਲਾ, ਜਦੋਂ ਫੁਲਕਾਰੀ ਲੈ ਕੇ ਲੜਕੀ ਚਰਖਾ ਕੱਤਦੀ ਹੋਵੇ ਤੇ ਪਰਮਾਤਮਾ ਜਦੋਂ ਸੋਹਣੀ ਵੀ ਹੋਵੇ ਤੇ ਮੈਂ ਘਰ ਜਾ ਕੇ ਦਿਖਾਈ ਤੇ ਸਾਰੇ ਪਰਿਵਾਰ ਮੈਂਬਰ ਮੇਰੇ ਚੀਜ਼ਾ ਜੀ, ਭੈਣ ਜੀ, ਸਾਰੇ ਮੋਹਰ ਲੱਤ ਕਹਿੰਦਾ ਕੁੜੀ ਵਧੀਆ ਕੁੜੀ ਹੈ। ਔਰ ਉਦੋਂ ਜਦੋਂ ਆਪਾਂ ਮੈਂ ਵੀ ਨਾਨਕੇ ਦਾਦਕੇ ਜਾਂਦੇ ਆ, ਤੁਸੀਂ ਦੇਖੋਗੇ ਉਦੋਂ ਘਰਾਂ ਦੇ ਵਿੱਚ ਇੱਕ ਕੰਪਲਸ਼ਨ ਹੁੰਦੀ ਸੀ ਕਿ ਉਹ ਚਰਖਾ ਕੱਤਣ ਵਾਲੀ ਕੁੜੀ ਦੀ ਫੋਟੋ ਹੁੰਦੀ ਸੀ, ਉਹ ਲਾਲ ਚੁੰਨੀ ਲੈ ਕੇ। ਉਹ ਜਦੋਂ ਅਜੀਤ ਦੇ ਫਰੰਟ ਪੇਜ ਤੇ ਛਪੀ ਉਹ ਫੋਟੋ ਮੈਂ ਲੈ ਗਿਆ, ਮੈਂ ਕਿਹਾ ਜੀ ਆ ਲੜਕੀ ਆ ਤੇ ਇਦਾਂ ਗੱਲਬਾਤ ਹੈਗੀ ਆ ਤੇ ਮੇਰੇ ਵੱਡੇ ਭਾਈ ਸਾਹਿਬ ਆਪ ਆਫਰ ਲੈ ਕੇ ਉਹਨਾਂ ਦੇ ਘਰ ਗਏ। ਅੱਛਾ। ਮੇਰੇ ਫਾਦਰ ਨਾਲ ਰਿਸ਼ਤਾ ਲੈ ਕੇ ਉਹ ਫਿਰ ਗੱਲਬਾਤ ਵਧੀਆ ਢੰਗ ਮੈਚੁਰ ਹੋ ਗਈ ਔਰ ਪਰਮਾਤਮਾ ਦੀ ਕਿਰਪਾ ਨਾਲ ਮਤਲਬ ਜਿਹੜੇ ਦੋਨੇ ਪਰਿਵਾਰ 'ਚ ਕੰਚਨ ਦੇ ਇਸ਼ੂ ਸੀਗੇ, ਸਿਸਟਰ ਦੀ ਮੈਰਿਜ ਵੀ ਹੋ ਗਈ, ਉਹਨਾਂ ਦੇ ਵੱਡੀ ਸਿਸਟਰ ਦਾ ਡਿਵੋਰਸ ਨਹੀਂ ਹੋਇਆ, ਉੱਥੇ ਵਧੀਆ ਲਾਈਫ ਜੀ ਉਹਨਾਂ ਨੇ। ਮਤਲਬ ਉਹ ਵੀ ਸੋਸ਼ਲ ਇਸ਼ੂ, ਬਲਕਿ ਮੇਰੇ ਮਦਰ ਲਾ ਕਹਿੰਦੇ ਸੀਗੇ ਕਿ ਲੱਕੀ ਜਵਾਈ ਸਾਡੇ ਵਾਸਤੇ। ਅੱਛਾ। ਸੋ ਮਤਲਬ ਹੈ ਵੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਸੰਯੋਗ ਤਾਂ ਰੱਬ ਕਰਦਾ। ਬਟ ਆਫ ਕੋਰਸ ਮੈਂ ਤੇ ਭੱਲਾ ਜੀ ਨੇ ਕਿੱਦਾਂ ਕਰ ਲਿਆ ਸੀਗਾ ਵੀ ਇਹ ਕਰਨਾ, ਉਹ ਚੋਂ ਕਿ ਵਿਅੰਗ ਵੀ ਨਿਕਲਿਆ। ਜਦੋਂ ਮੈਨੂੰ ਵਿਆਹਣ ਗਏ ਆਕਾਂਕਸ਼ਾ ਜੀ ਤਾਂ ਆਫ ਕੋਰਸ ਜਦੋਂ ਮਿਲਣੀਆਂ ਮੁਲਣੀਆਂ ਜਾਣਦੇ ਸੀਗੇ ਤੇ ਉਹ ਫਿਰ ਜਦੋਂ ਮਿਲਣੀਆਂ ਭੱਲਾ ਜੀ ਮੋਹਰੇ ਹੋ ਕਹਿੰਦੇ ਵੀ ਹੁਣ ਮੁੰਡੇ ਦਾ ਦੋਸਤ ਆਇਆ, ਕੁੜੀ ਸਹੇਲੀ ਲੈ ਕੇ ਆਓ। ਸਹੇਲੀ ਉਹ ਰਜਨੀਤ ਨੂੰ ਕਹਿੰਦੇ ਉਹਨੂੰ ਅੱਗੇ ਗਿਆ ਵੀ ਮਿਲਣੀ ਕਰੀਏ। ਸੋ ਫਨ ਫੁਨ ਵੀ ਹੁੰਦੇ ਰਹੇ। ਸੋ ਭੱਲਾ ਜੀ ਦਾ ਕਮੇਡੀਅਨ ਆ, ਉਹਨਾਂ ਦਾ ਸ਼ੌਕ ਵੀ ਆ ਤੇ ਉਹਨਾਂ ਕੋਲ ਰਾਈਟ ਵੀ ਆ ਵਿਅੰਗ ਕਰਨ ਦਾ। ਸੋ ਵੀ ਆਰ ਲੱਕੀ ਟੂ ਬੀ ਹੈਵਿੰਗ ਗੁੱਡ ਐਸੋਸੀਏਸ਼ਨ ਜੀ। ਸਰ ਜਿਵੇਂ ਇੱਕ ਵਰਡ ਜੁੜ ਜਾਂਦਾ ਨੈਪੋਟਿਜ਼ਮ, ਜਦੋਂ ਵੀ ਇਹ ਵੈਸੇ ਗਲਤ ਵੀ ਭਾਈ ਦੀ ਜਵਾਬ ਐਗਜ਼ੈਕਟਲੀ ਇਹ ਮੈਂ ਗਲਤ ਵੀ ਨਹੀਂ ਕਹੂੰਗੀ ਕਿਉਂਕਿ ਅਸੀਂ ਅਗਰ ਕਿਸੇ ਚੀਜ਼ 'ਚ ਇੱਕ ਸਕਸੈਸ ਹਾਸਿਲ ਕੀਤੀ ਹੈ ਤਾਂ ਅਸੀਂ ਚਾਹਾਂਗੇ ਕਿ ਸਾਡੇ ਬੱਚੇ ਅਗਰ ਅਸੀਂ ਉਹਨਾਂ ਨੂੰ ਸਪੋਰਟ ਕਰ ਸਕਦੇ ਤਾਂ ਆਉਣ। ਜਿਵੇਂ ਜਸਵਿੰਦਰ ਸਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੁਖਰਾਜ ਸਰ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਤੁਹਾਡਾ ਮੈਂ ਜਿਵੇਂ ਫੇਰ ਕਹੂੰਗੀ ਕਿ ਪ੍ਰਾਇੋਰਟੀਜ਼ ਔਰ ਰਿਸਪੌਂਸਿਬਿਲਿਟੀਜ਼ ਤੁਹਾਡੀਆਂ ਅਲੱਗ ਸੀ, ਲੇਕਿਨ ਤੁਸੀਂ ਆਪਣੇ ਬੱਚੇ ਜਿਹੜੇ ਟੋਟਲੀ ਐਜੂਕੇਸ਼ਨ ਉਹਦੇ ਵਿੱਚ ਪਾਏ ਕਿ ਤੁਹਾਡੇ ਬੱਚੇ ਬਿਲਕੁਲ ਵੀ ਇੰਟਰਸਟਿਡ ਨਹੀਂ ਸੀਗੇ ਇਸ ਸਾਈਡ ਆਉਣ ਨੂੰ, ਜਾਂ ਤੁਸੀਂ ਹੀ ਡਿਸਾਈਡ ਕੀਤਾ ਕਿ ਨਹੀਂ ਬੱਚੇ ਐਜੂਕੇਸ਼ਨ ਵਾਲੀ ਜਾਣ। ਭੱਲਾ ਜੀ ਦਾ ਬੇਟੀ ਹੁਣ ਨਾਰਵੇ 'ਚ ਆ ਤੇ ਪੁਖਰਾਜ, ਮੇਰੀ ਬੇਟੀ ਇਬਨਾ, ਮੇਰਾ ਬੇਟਾ ਹਿਮਾਂਕ, ਇਹ ਸ਼ੌਕ ਰੱਖਦੇ ਸੀਗੇ ਤੇ ਛਨਕਾਟਿਆਂ ਦੇ ਵਿੱਚ ਜੇ ਤੁਸੀਂ 90 ਛਨਕਾਟਿਆਂ ਦੇਖੋ ਤਾਂ ਬੱਚੇ ਦੀ ਚਾਈਲਡ ਆਰਟ ਪਰਫਾਰਮ ਕਰਦੇ ਰਹੇ ਹੋ। ਪੁਖਰਾਜ ਵੀ, ਬੇਟੀ ਮੇਰੀ ਵੀ, ਮੇਰਾ ਬੇਟਾ ਵੀ ਥੋੜੇ ਥੋੜੇ ਰੋਲ ਜਾਂ ਟਾਈਟਲ ਸੌਂਗ ਦੇ ਵਿੱਚ ਡਾਂਸ ਕਰਦੇ ਰਹੇ ਆ। ਬਟ ਆਫ ਕੋਰਸ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਬੇਟੇ ਮੇਰੇ ਨੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਜੁਆਇਨ ਕੀਤੀ ਪੈਕ ਦੇ ਵਿੱਚ, ਉਹ ਇੰਜੀਨੀਅਰ ਬਣ ਗਿਆ, ਫਿਰ ਉਹ ਅੱਛੀਆਂ ਕੰਪਨੀਆਂ ਜੌਬ ਕਰਨ ਲੱਗ ਗਿਆ, ਫਿਰ ਹੁਣ MBA ਕਰਨ ਲਈ ਚਲਾ ਗਿਆ ਬਰਕਲੇ। ਬੇਟੀ ਨੇ ਦਿੱਲੀ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਕੀਤੀ। ਉਹਨਾਂ ਦੀਆਂ ਪ੍ਰਾਇੋਰਟੀਜ਼ ਐਜੂਕੇਸ਼ਨ ਵਾਲੀ ਤੇ ਪ੍ਰੋਫੈਸ਼ਨਲ ਵਾਲੀ ਹੋ ਗਈਆਂ, ਪਰ ਅਵਰਸ ਨਹੀਂ ਹੈਗੇ। ਬੇਟਾ ਜਦੋਂ ਪੈਕ 'ਚ ਗਿਆ, ਉੱਥੇ ਦੀ ਡਰੈਮਸ ਕਲੱਬ ਆ ਬੋਲਦੇ ਉਹਦੇ ਵਿੱਚ ਉਹ ਸੈਕਟਰੀ ਬਣਿਆ, ਉੱਥੇ ਆਪਦੀ ਥੀਏਟਰ ਵਿੱਚ ਬੜਾ ਐਕਟਿਵ ਰਿਹਾ, ਨਾਟਕ ਡਾਇਰੈਕਟ ਵੀ ਕੀਤੇ। ਸੋ ਉਹਦਾ ਸ਼ੌਂਕ ਹਾਲੇ ਵੀ ਹੈਗਾ ਵਾ ਬਟ ਨਾਟ ਇਨਟੂ ਫੁੱਲ ਟਾਈਮ। ਤੇ ਬੇਟੀ ਜਿਹੜੀ ਆ ਉਹ ਆਪਣੇ ਜਿੱਥੇ ਵੀ ਆਪਣਾ ਦਿੱਲੀ ਯੂਨੀਵਰਸਿਟੀ ਦੇ ਕਾਲਜ 'ਚ ਗਈ, ਉੱਥੇ ਜਿਹੜੀ ਉਹਨਾਂ ਦੀ ਸੀਗੀ ਸਟਰੀਟ ਪਲੇ ਦੀ ਸੁਸਾਇਟੀ, ਸ਼ੀ ਵਾਸ ਪ੍ਰੈਜ਼ੀਡੈਂਟ ਆਫ ਦੈਟ ਸੁਸਾਇਟੀ, ਹੈ ਨਾ, ਵਰਵ ਬੋਲਦੇ ਸੀਗੇ, ਉਹਦੀ ਪ੍ਰੈਜ਼ੀਡੈਂਟ ਸੀਗੀ। ਸਟਰੀਟ ਪਲੇ ਬੜੇ ਕੀਤੇ, ਅੱਛੇ ਟੌਪਿਕ ਤੇ ਇੱਥੇ ਸੈਕਟਰ 17 ਵੀ ਕਰਨ ਆਈ ਦਿੱਲੀੋਂ। ਦਿੱਲੀ ਯੂਨੀਵਰਸਿਟੀ ਉਹਨੇ ਮੰਥਨ ਹੋਣੀ ਸ਼ੁਰੂ ਕੀਤਾ, ਸਾਰੀ ਯੂਨੀਵਰਸਿਟੀ ਜਾ ਕੇ ਆਈ ਸਟਰੀਟ ਪਲੇ ਲੈ ਕੇ। ਸੋ ਬੱਚੇ ਦੇ ਬਲੱਡ 'ਚ ਹੈਗਾ ਬਟ ਇਹਨੂੰ ਕਿਉਂ ਫੁੱਲ ਟਾਈਮ ਜਾਂ ਫੁੱਲ ਇੱਧਰ ਨਹੀਂ ਆਏ। ਸੋ ਤੁਸੀਂ ਆਪਣੀ ਫਾਈਨੈਂਸ਼ੀਅਲ ਕੰਡੀਸ਼ਨਸ ਉਹ ਸਭ ਅੱਛਾ ਇੱਕ ਚੂਜ਼ ਕੀਤਾ। ਅਗਰ ਸਰ ਹੁਣ ਗੱਲ ਕਰੀਏ ਜਿਵੇਂ ਤੁਹਾਡੇ ਬੱਚੇ ਵੀ ਬਾਹਰ ਚਲੇ ਗਏ, ਸੋ ਜਿਵੇਂ ਤੁਸੀਂ ਖੁਦ ਵੀ ਕਹਿ ਰਹੇ ਸੀ ਕਿ ਲੋਕਡਾਊਨ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ, ਘਰੇ ਮਾਹੌਲ ਵਧੀਆ ਰਹਿੰਦਾ ਸੀ, ਚਾਰੋਂ ਜਾਣੇ ਇਕੱਠੇ, ਹੈ ਨਾ, ਕਿਉਂਕਿ ਵੈਸੇ ਤਾਂ ਤੁਸੀਂ ਬਿਜ਼ੀ ਹੁੰਦੇ ਹੋ ਤੇ ਹੁਣ ਬੱਚੇ ਬਾਹਰ ਚਲੇ ਗਏ ਤੇ ਹੁਣ ਕੀ ਰੂਟੀਨ ਰਹਿੰਦਾ ਆ, ਕਿਉਂਕਿ ਮੈਮ ਵੀ ਜੌਬ ਕਰਦੇ ਆ, ਤੁਸੀਂ ਵੀ ਬਿਜ਼ੀ ਹੁੰਦੇ ਹੋ। ਇਸ ਤਰ੍ਹਾਂ ਵਾ ਕਿ ਆਕਾਂਕਸ਼ਾ ਜੀ ਨੋ ਡਾਊਟ ਬੱਚੇ ਰੀਸੈਂਟਲੀ ਗਏ ਆ ਆਪਣੀ MBA US ਕਰਨ, ਬਟ ਮੇਰੇ ਵਾਈਫ ਐਜੂਕੇਸ਼ਨ ਬੋਰਡ ਪੰਜਾਬ ਦੇ ਵਿੱਚ ਬਤੌਰ ਅਸਿਸਟੈਂਟ ਸੈਕਟਰੀ ਜੌਬ ਕਰ ਰਹੇ ਆ ਤੇ ਮੇਰੀ ਆਪਣੀ ਜਿਹੜੀ ਆਫਟਰ ਮਾਰਕਫੈਡ ਮੈਨੂੰ ਮੈਂ ਲੱਕੀ ਸਮਝਦਾ ਆਪਣੇ ਆਪ ਨੂੰ ਕਿ ਪੰਜਾਬ ਸਰਕਾਰ ਦਾ ਇੱਕ ਵਿਭਾਗ ਹੈਗਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਰੂਰਲ ਜਿਹੜੀ ਵਾਟਰ ਸਪਲਾਈ ਆ ਉਹਦੇ ਵਾਸਤੇ ਰਿਸਪੌਂਸੀਬਲ ਆ ਮਹਿਕਮਾ ਉਹ, ਤਾਂ ਉਹਨਾਂ ਨੇ ਮੈਨੂੰ ਬਤੌਰ ਮੀਡੀਆ ਐਡਵਾਈਜ਼ਰ ਅਪੁਆਇੰਟ ਕੀਤਾ ਹੋਇਆ ਕਿ ਜਿੱਥੇ ਮੈਂ ਉਹਨਾਂ ਦਾ ਮੀਡੀਆ ਡਿਜ਼ਾਈਨ ਕਰਦਾ। ਮੈਂ ਵੀਕਲੀ ਦੂਰਦਰਸ਼ਨ ਜਲੰਧਰ ਤੋਂ ਹਰ ਸੰਡੇ 5:30 ਵਜੇ ਇੱਕ ਸ਼ੋਅ ਉਹਨਾਂ ਵਾਸਤੇ ਤਿਆਰ ਕਰਦਾ, ਜਲ ਹੈ ਤਾਂ ਕੱਲ ਹੈ। ਇੱਕ ਮੈਨੂੰ ਲੱਗਦਾ ਕਿ ਮੈਂ ਸਮਾਜ ਨੂੰ ਕੁਝ ਰੀਪੇ ਵੀ ਕਰ ਰਿਹਾ ਵਾਂ ਤੇ ਪਾਣੀ ਦੀ ਜਿਹੜੀ ਆ ਉਹ ਸੰਭਾਲ ਕਰਨੀ, ਉੱਤੇ ਹਰ ਵੀਕ ਤੇ ਟੌਪਿਕ ਦੇ ਕੇ ਡਿਸਕਸ਼ਨ ਕਰਾ ਕੇ ਜਾਂ ਕੁਝ ਨਾਟਕ ਜਾਂ ਕੁਝ ਸੌਂਗਸ ਜਾਂ ਕੁਝ ਸਕਿੱਟ ਉਸ ਵਿਸ਼ੇ ਤੇ ਪੇਸ਼ ਕਰਾਉਣ ਦੀ ਕੋਸ਼ਿਸ਼ ਕਰਦਾ। ਇੱਕ ਮੈਂ ਆਨਰੇਰੀ ਕਰ ਰਿਹਾ ਵਾਂ ਪੰਜਾਬ ਐਗਰੋ ਇੰਡਸਟਰੀਜ਼ ਦੇ
ਜਿਹੜਾ 5 ਰਿਵਰ ਉਹਨਾਂ ਦਾ ਆਰਗੈਨਿਕ ਬ੍ਰਾਂਡ ਹੈ, ਉਹਨੂੰ ਪ੍ਰੋਮੋਸ਼ਨ ਵਾਸਤੇ ਸ਼ਨੀਵਾਰ ਨੂੰ 5:30 ਵਜੇ 5 ਰਿਵਰਸ ਉਹ ਸ਼ੋਅ ਮੈਂ ਹੋਸਟ ਕਰਦਾ। ਸੋ ਇਹਨਾਂ ਦੇ ਨਾਲ ਮੇਰਾ ਪੂਰਾ ਵੀਕ ਕਾਫੀ ਬਿਜ਼ੀ ਰਹਿੰਦਾ ਵਾ। ਤੇ ਇਸ ਤੋਂ ਬਗੈਰ ਹੁਣ ਮੇਰਾ ਸ਼ੌਕ ਆ ਕਿ ਮੈਂ ਜਿਹੜੇ ਮੇਰੇ ਅੱਛੇ ਫਰੈਂਡ ਸਰਕਲ ਦੇ ਬੰਦੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅੱਛਾ ਰਾਈਜ਼ ਕਰ ਚੁੱਕੇ ਆ, ਉਹਨਾਂ ਤੇ ਮੈਂ ਕੁਝ ਸਕਸੈਸ ਸਟੋਰੀਜ਼ ਬਣਾਉਣੀ ਹੈਗੀਆਂ। ਉਹ ਵੀ ਮੇਰਾ ਪ੍ਰੋਜੈਕਟ 2022 ਚ ਮੈਂ ਲਾਂਚ ਕਰ ਰਿਹਾ। ਸੋ ਇਦਾਂ ਦੇ ਸ਼ੌਕ ਹੈ ਜੀ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਬੜਾ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ। ਪਰ ਅੱਜ ਮੈਂ ਵਾਕਈ ਕਹੂੰਗੀ ਕਿ ਮੈਂ ਹਮੇਸ਼ਾ ਇੰਟਰਵਿਊ ਦੇ ਵਿੱਚ ਕਹਿੰਦੀ ਹੁੰਦੀ ਹਾਂ, ਪਰ ਅੱਜ ਮੈਂ ਦਿਲੋਂ ਸੱਚੀ ਕਹਿ ਰਹੀ ਹਾਂ ਕਿ ਗੱਲਾਂ ਬਹੁਤ ਹੁੰਦੀਆਂ ਨੇ ਪਰ ਸਮਾਂ ਘੱਟ ਜਾਂਦਾ। ਪਰ ਸੱਚੀ ਅੱਜ ਦਿਲ ਕਰ ਰਿਹਾ ਕਿ ਸਮਾਂ ਹੋਰ ਵਧੇ, ਮਤਲਬ ਇਹ ਸਮਾਂ ਘੱਟੇ ਨਾ, ਔਰ ਅਸੀਂ ਗੱਲਾਂ ਕਰਦੇ ਰਹੀਏ ਔਰ ਸਰ ਬਾਰੇ ਹੋਰ ਅਸੀਂ ਜਾਣੀਏ। ਪਰ ਖੈਰ ਅਸੀਂ ਦੁਬਾਰਾ ਜ਼ਰੂਰ ਮਿਲਾਂਗੇ ਸਰ, ਤੁਹਾਨੂੰ ਤੁਹਾਡੀ ਹੋਰ ਜਰਨੀ ਜਾਣਾਂਗੇ, ਹੋਰ ਚੀਜ਼ਾਂ ਲੈ ਕੇ ਆਵਾਂਗੇ, ਦਰਸ਼ਕਾਂ ਦੇ ਰੂਬਰੂ ਕਰਾਂਗੇ। ਪਰ ਅੱਜ ਜਿੰਨਾ ਤੁਸੀਂ ਸਮਾਂ ਦਿੱਤਾ ਸਾਨੂੰ, ਉਹਦੇ ਲਈ ਸਾਨੂੰ ਬਹੁਤ ਬਹੁਤ ਧੰਨਵਾਦ। ਆਕਾਂक्षा ਜੀ, ਤੁਹਾਡਾ ਵੀ, ਸਪੋਕਸਮੈਨ ਦਾ ਵੀ, ਮੈਂ ਸਾਰੇ ਸਰੋਤਿਆਂ ਦਾ ਵੀ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੈਨੂੰ ਇਹਨਾਂ ਬਰਦਾਸ਼ਤ ਕੀਤਾ, ਇੰਨੀ ਗੱਲਾਂ ਸੁਣੀਆਂ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਸਰ। ਸੋ ਇਹ ਸੀ ਜੀ ਮੇਰੇ ਨਾਲ ਬਾਲਮੁਕੁੰਦ ਸ਼ਰਮਾ ਜੀ, ਜਿਨ੍ਹਾਂ ਨੂੰ ਤੁਸੀਂ ਛਣਕਾਟਾ ਸੀਰੀਜ਼ ਦੇ ਵਿੱਚ ਦੇਖਿਆ, ਜਿਨ੍ਹਾਂ ਨੇ ਕਾਮੇਡੀ ਜਗਤ ਨੂੰ, ਜਿਵੇਂ ਕਿ ਮੈਂ ਦੱਸਿਆ, ਕਿ ਇੱਕ ਅਲੱਗ ਹੀ ਮੁਕਾਮ ਦਿੱਤਾ। ਪੰਜਾਬੀ ਸਿਨੇਮਾ ਦੀ ਅਸੀਂ ਕਹਿ ਸਕਦੇ ਹਾਂ ਸ਼ੁਰੂਆਤ ਕਰਨ ਵਾਲੇ ਕਾਮੇਡੀ ਦੇ ਵਿੱਚ ਉਹ ਜਸਵਿੰਦਰ ਸਰ ਤੇ ਇਹ ਬਾਲਮੁਕੁੰਦ ਸ਼ਰਮਾ ਜੀ ਬਣੇ। ਸੋ ਇਹ ਸੀ ਉਹਨਾਂ ਦਾ ਅੱਜ ਦੀ ਸਾਰੀ ਗੱਲਬਾਤ। ਤੇ ਕਿੱਦਾਂ ਦੀ ਲੱਗੀ ਇਹ ਇੰਟਰਵਿਊ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਜੋ ਉਹਨਾਂ ਨੇ ਜਸਵਿੰਦਰ ਸਰ ਬਾਰੇ ਜਾਂ ਆਪਣੀ ਲਾਈਫ ਬਾਰੇ ਥੋੜ੍ਹੇ ਵਿਅੰਗ ਦੱਸੇ, ਗੱਲਾਂ ਦੱਸੀਆਂ, ਉਹਨਾਂ 'ਚੋਂ ਤੁਹਾਨੂੰ ਕਿਹੜੀ ਚੀਜ਼ ਚੰਗੀ ਲੱਗੀ ਸਾਨੂੰ ਕਮੈਂਟ ਕਰ ਦੇਣਾ। ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ TV ਸਿਨੇ ਪੰਜਾਬੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।